ਜਿਹੜਾ ਡਿਪਾਰਟਮੈਂਟ ਹੈ ਨਾ, ਡਿਪਾਰਟਮੈਂਟ ਆਪਣੇ ਬੰਦੇ ਦੇ ਹੱਕ 'ਚ ਖੜ ਜਾਂਦਾ। ਸਪੋਰਟਸ ਜਿਹੜਾ ਖਿਡਾਰੀ ਹੈ ਉਹਦੇ ਨਾਲ ਖੜਨ ਦੀ ਬਜਾਏ ਡਿਪਾਰਟਮੈਂਟ ਦੇ ਨਾਲ ਖੜੇ ਜਾਂਦੇ। ਚੰਡੀਗੜ੍ਹ ਸੈਕਟਰ ਦੇ ਵਿੱਚ ਜਦੋਂ ਇਹਨਾਂ ਦੀ ਸ਼ਿਕਾਇਤ ਦਰਜ ਹੋ ਗਈ, ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕੀ ਲਿਆ? ਇਹ 'ਚ ਜਾਂਚ ਬਿਠਾ ਦਿੱਤੀ ਜਾਏ। ਜਾਂਚ ਦਾ ਮਤਲਬ ਹੀ ਹੁੰਦਾ ਹੈ ਕਿ ਇਹ ਜਾਂਚ ਥੋੜੀ ਲੰਬੀ ਚੱਲੂਗੀ। ਇਹ 'ਚ ਸਮਾਂ ਮਿਲ ਜਾਂਦਾ ਹੈਗਾ ਪਾਰਟੀ ਨੂੰ ਆਪਣੇ ਆਪ ਨੂੰ ਬਚਾਅ ਕਰਨ ਦਾ। ਸੀਸੀਟੀਵੀ ਕੈਮਰੇ ਦੇਖੇ ਹੈਗੇ ਕਿ ਇਹ ਕੁੜੀ ਵਾਕਈ ਉੱਥੇ ਗਈ ਸੀ ਜਾਂ ਨਹੀਂ ਗਈ ਹੈ। ਹੋ ਸਕਦਾ ਇਹ ਝੂਠ ਬੋਲ ਰਹੀ ਹੋਵੇ। ਪੁਲਿਸ ਨੇ ਹਾਲੇ ਉਹ ਧਾਰਾਂ ਨਹੀਂ ਜੋੜੀਆਂ ਹੈਗੀਆਂ। ਇੱਕ ਹੈਗੀ ਰੇਪ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ, ਔਰ ਇਹਦੇ ਲਈ ਉਹਨਾਂ ਨੇ ਕਾਫੀ ਸਬੂਤ ਵੀ ਪੁਲਿਸ ਨੂੰ ਜੁਟਾ ਕੇ ਉਹਨਾਂ ਨੂੰ ਦਿੱਤੇ ਹੈਗੇ ਆ। ਨਮਸਕਾਰ, ਤੁਸੀਂ ਦੇਖ ਰਹੇ ਹੋ ਅੱਜ ਦਾ ਮੁੱਦਾ ਪ੍ਰੋਗਰਾਮ ਤੇ ਮੈਂ ਹਾਂ ਵਿਨੇ ਰਾਣਾ ਤੇ ਮੇਰੇ ਨਾਲ ਅੱਜ ਵੀ ਸਿਆਸੀ ਮਾਮਲਿਆਂ ਦੇ ਮਾਹਰ ਅਤੇ ਕਾਨੂੰਨੀ ਮਾਮਲਿਆਂ ਦੇ ਮਾਹਰ ਤੇਜਿੰਦਰ ਸਿੰਘ ਅਟਵਾਲ ਮੇਰੇ ਨਾਲ ਨੇ। ਤੇ ਅੱਜ ਅਸੀਂ ਜਿਹੜਾ ਮੁੱਦਾ ਲੈ ਕੇ ਆਏ ਹਾਂ, ਉਹ ਮੁੱਦਾ ਇਹਨਾਂ ਦਿਨਾਂ ਦੇ ਵਿੱਚ ਕਾਫੀ ਭਖਿਆ ਹੋਇਆ। ਹਾਲਾਂਕਿ ਉਹ ਹਰਿਆਣਾ ਸਰਕਾਰ ਦੇ ਨਾਲ ਜੁੜਿਆ ਹੋਇਆ, ਲੇਕਿਨ ਇਹ ਮੁੱਦਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਕੀ, ਲੇਕਿਨ ਸਪੋਰਟਸ ਦੀ ਦੁਨੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਲਕਿ ਸਪੋਰਟਸ ਦੀ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਇਹ ਮੁੱਦਾ ਭਖਿਆ ਹੋਇਆ ਕਿ ਇੱਕ ਜੂਨੀਅਰ ਕੋਚ ਨੇ ਹਰਿਆਣਾ ਸਰਕਾਰ ਦੇ ਜਿਹੜੇ ਸਪੋਰਟਸ ਮੰਤਰੀ ਰਹੇ, ਹਾਲਾਂਕਿ ਹੁਣ ਉਹ ਨਹੀਂ ਰਹੇ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹਨਾਂ ਦੇ ਅਸਤੀਫੇ 'ਤੇ ਵੀ ਹਜੇ ਕੋਈ ਫਾਈਨਲ ਫੈਸਲਾ ਨਹੀਂ ਹੋਇਆ, ਲੇਕਿਨ ਫਿਲਹਾਲ ਉਹ ਵਿਭਾਗ ਦਾ ਕੰਮ ਨਹੀਂ ਦੇਖ ਰਹੇ ਨੇ। ਸੰਦੀਪ ਸਿੰਘ ਜਿਹੜੀ ਇੰਡੀਅਨ ਹਾਕੀ ਹੈ ਉਸ ਦੇ ਬਾਕਾਇਦਾ ਉਹ ਕਪਤਾਨ ਰਹੇ ਨੇ। ਉਹਨਾਂ ਦੀ ਕਪਤਾਨੀ 'ਚ ਉਹਨਾਂ ਨੇ ਕਈ ਮੈਡਲ, ਕਈ ਕੱਪ ਜਿੱਤੇ ਨੇ ਤੇ ਬਹੁਤ ਅੱਛੇ ਪਲੇਅਰ, ਇੰਟਰਨੈਸ਼ਨਲ ਪਲੇਅਰ ਰਹੇ ਨੇ। ਤੇ ਬਾਅਦ 'ਚ ਉਹ ਭਾਜਪਾ 'ਚ ਸ਼ਾਮਲ ਹੋਏ, ਇਲੈਕਸ਼ਨ ਲੜੇ ਔਰ ਮੰਤਰੀ ਬਣੇ। ਹੁਣ ਇੱਕ ਜੂਨੀਅਰ ਕੋਚ ਨੇ, ਮਹਿਲਾ ਕੋਚ ਜੂਨੀਅਰ ਹੈਗੀ ਜਿਹੜੀ, ਉਸ ਨੇ ਇਲਜ਼ਾਮ ਲਾਏ ਹੈ ਕਿ ਉਹਨਾਂ ਨੇ ਉਸ ਕੋਚ ਦੇ ਨਾਲ ਸੈਕਸੁਅਲ ਹਰਾਸਮੈਂਟ ਕੀਤੀ ਹੈ। ਤੇ ਇਹ ਮੁੱਦਾ ਜਿਹੜਾ ਇਹਨਾਂ ਦਿਨਾਂ 'ਚ ਬਹੁਤ ਭਖਿਆ ਹੋਇਆ ਤੇ ਅੱਜ ਇਸੇ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ ਤੇਜਿੰਦਰ ਸਿੰਘ ਅਟਵਾਲ ਜੀ ਦੇ ਨਾਲ। ਤੇ ਤੇਜਿੰਦਰ ਸਿੰਘ ਅਟਵਾਲ ਜੀ, ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਇਹ ਮਹਿਲਾ ਕੋਚ ਜਿਹੜੀ ਕਹਿ ਰਹੀ ਹੈ ਕਿ ਮੇਰੇ ਨਾਲ ਆਹ ਹਰਾਸਮੈਂਟ ਹੋਈ ਹੈ, ਲੇਕਿਨ ਉਹ ਇਹ ਮੁੱਦਾ ਇਹ ਗੱਲ ਪੁਰਾਣੀ ਦੱਸਦੀ ਪਈ ਹੈ। ਤੇ ਜੇ ਪੁਰਾਣੀ ਦੱਸਦੀ ਪਈ ਹੈ ਤੇ ਇਹ ਬਾਅਦ 'ਚ ਨਿਕਲ ਕੇ ਬਾਹਰ ਕਿਉਂ ਆਈ ਹੈ? ਸਭ ਤੋਂ ਪਹਿਲਾਂ ਇਹਨੇ ਉਸ ਦੌਰਾਨ ਹੀ ਇਹ ਗੱਲ ਕਿਉਂ ਨਹੀਂ ਬਾਹਰ ਕੱਢੀ? ਹੁਣ क्यों इन्होंने किया कि लड़की ने किया कि भी मेरे नाल सेक्सुअल हरासमेंट हुई है? तो आज हम इस मुद्दे पे जो बात करने जा रहे हैं, ये बात जो जूनियर महिला कोच है, इसने जो पहली कंप्लेंट की थी वो 26 दिसंबर को की थी। वाकया जब कभी हुआ था वो नहीं पता है, बट जो अभी उठ के जो बातें आ रही हैं, तो 26 दिसंबर को उन्होंने एक कॉन्फ्रेंस करके जो बातें उठाई थी वो बहुत ही साल का, ये 2022 का अंत होने वाला था और अंत में होते होते भी ये कितना बड़ा बवंडर सा खड़ा कर गया। हर बंदा ये खबर देख के एकदम शॉक में आ गया कि ये सब किस तरह की बयानबाजी हो रही है और क्या माहौल है। तो उसमें जो उन्होंने सबसे बड़ा जो बयान दिया था कि जो खेल मंत्री हैं संदीप सिंह पर छेड़खानी का आरोप लगाया गया था, और ये आरोप छोटा मोटा नहीं, संगीन आरोप था। उन्होंने कहा था कि मंत्री ने उन्हें अपने सरकारी आवास पर बुलाया था और बुलाकर उनके शरीर पे हाथ रखा था और उनसे कहा गया था तुम मुझे खुश रखो, मैं तुम्हें खुश रखूँगा। तो ये बातें अपने सुनने में भी बहुत अजीब सी लगती हैं। तो उन्होंने भी इस बात पे काफ़ी रिएक्शन दिया और उसके साथ ही उन्होंने 4 सितंबर को जो एक भर्ती होने वाली थी उसकी जो लिस्ट उनके साथ शेयर की गई थी जूनियर कोच के साथ, तो ये भी एक सवालों के घेरे में है। और ये सब बातें जो उन्होंने बताई थी और इन सारी गल्लां के बाद ही 1 घंटे के अंदर अंदर जो हमारे खेल मंत्री हैं संदीप सिंह, उन्होंने इन आरोपों को खारिज किया। जे ये आरोप सही नहीं सन तो ऐसी की जल्दबाजी सीगी संदीप सिंह ਨੂੰ कि ਜਿਹੜਾ ਉਹ 1 घंटे बाद ही सफाई देने ਲਈ मीडिया के सामने आ गए, उन्होंने ਜਿਹੜੇ आरोप है वो खारिज कर दिते? ये तो संदीप सिंह ही बता सकते हैं कि उनको ऐसी क्या, या तो वो घबरा गए कि कोई मेरे पे कोई एक्शन ना हो जाए या किदा दी गल ना हो जाए, कि वो समझ नहीं सके। और राजनीति के वो इतने माहिर भी नहीं है। राजनीति में वो पहली बार आए हैं, खेल के मैदान पे वो ज़्यादा रहे, राजनीति के मैदान में इतना उन्होंने अच्छा नहीं है, नॉलेज नहीं है उनकी। और जब ये इस मैदान में उतरे हैं तो इस तरह के केस जो पहली बार नए नए मंत्री बने और नया
और आरोप भी इतने संगीन और गंभीर थे कि उससे डर के मारे ही उन्होंने शायद उसका रिएक्शन बहुत जल्दी दे दिया, जो उनको नहीं देना चाहिए था, उसको इंतजार करना चाहिए था। मेरे हिसाब से तो यही लग रहा है। ਸੰਦੀਪ ਸਿੰਘ ਦੇ ਬਾਅਦ ਵਿਭਾਗ ਦਾ ਕੋਈ ਹੋਰ ਵੀ ਐਸਾ ਬੰਦਾ ਹੈਗਾ ਜਿਹੜਾ ਸਾਹਮਣੇ ਆਇਆ ਹੋਵੇ ਔਰ ਸੰਦੀਪ ਸਿੰਘ ਦੇ ਹੱਕ 'ਚ ਬੋਲਦਾ ਹੋਵੇ? ये बात जो जूनियर कोच है उन्होंने 26 सितंबर को जो प्रेस कॉन्फ्रेंस की और उसके बाद जो रिएक्शन संदीप सिंह का आया, ये पूरा दिन पूरा माहौल गर्म सा ही रहा। तो अगले दिन 27 सितंबर की बात है, संदीप सिंह के समर्थन में उनके ही डिपार्टमेंट की जो डिप्टी डायरेक्टर है कविता, उन्होंने एक प्रेस कॉन्फ्रेंस बुला के एक बयान जारी किया और उसमें उन्होंने बयान दिया कि जो जूनियर महिला कोच है वो बदतमीजी कर रही है और इनके सारे जो आरोप हैं उनके ऊपर जांच बिठाई जाए। तो इसमें ये बात भी आती है कि एक महिला होकर दूसरी महिला की बात को बिना जाने उसको जांच पड़ताल किए बगैर इस तरह के कैसे बयान दे रही है। ਅਕਸਰ ਦੇਖਣ 'ਚ ਇਹ ਆਇਆ ਕਿ ਜਦੋਂ ਵੀ ਅਜਿਹੀ ਕੋਈ ਘਟਨਾ ਹੁੰਦੀ, ਖਾਸ ਕਰ ਸਪੋਰਟਸ ਡਿਪਾਰਟਮੈਂਟ ਦੇ ਵਿੱਚ, ਮੈਂ ਇਹ ਪਹਿਲਾਂ ਵੀ ਹੋਇਆ, ਕੋਈ ਪਹਿਲੀ ਵਾਰੀ ਨਹੀਂ ਹੈਗਾ, ਇਹ ਪਹਿਲਾਂ ਵੀ ਹੋਇਆ, ਜਿੰਨੀ ਵੀ ਲੜਕੀਆਂ ਖਿਡਾਰੀ ਨੇ ਜਾਂ ਕੋਚ ਨੇ, ਉਹ ਕਈ ਵਾਰੀ ਕਈ ਖਿਡਾਰਨਾਂ ਨੇ, ਕਈ ਕੋਚਿਸ ਨੇ ਜਿਹੜੇ ਹੈਗੇ ਉਹ ਆਪਣੇ ਸੀਨੀਅਰਸ 'ਤੇ ਇਲਜ਼ਾਮ ਲਾਏ ਹੈ, ਤੇ ਇਹ ਵੀ ਉਸੇ ਤਰ੍ਹਾਂ ਦਾ ਇੱਕ ਮਾਮਲਾ ਹੈਗਾ। ਤੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਡਿਪਾਰਟਮੈਂਟ ਹੈ ਨਾ, ਡਿਪਾਰਟਮੈਂਟ ਆਪਣੇ ਬੰਦੇ ਦੇ ਹੱਕ 'ਚ ਖੜ ਜਾਂਦਾ। ਸਪੋਰਟਸ ਜਿਹੜਾ ਖਿਡਾਰੀ ਹੈ, ਹਾਲਾਂਕਿ ਉਹ ਵੀ ਉਸੇ ਡਿਪਾਰਟਮੈਂਟ ਦਾ ਹਿੱਸਾ 'ਚ ਨਹੀਂ ਹੁੰਦਾ, ਲੇਕਿਨ ਉਸ ਲਾਈਨ ਦਾ ਹਿੱਸਾ ਹੈ, ਆਪਾਂ ਕਹਿ ਸਕਦੇ ਹਾਂ ਕਿ ਉਸ ਸਟਰੀਟ ਦਾ ਹਿੱਸਾ ਹੈ ਉਹ, ਲੇਕਿਨ ਉਹਦੇ ਨਾਲ ਖੜਨ ਦੀ ਬਜਾਏ ਡਿਪਾਰਟਮੈਂਟ ਦੇ ਨਾਲ ਖੜ ਜਾਂਦੇ ਹੈਗੇ। ਇਹ ਗੱਲ ਮੈਂ ਜਿੱਦਾਂ ਹੁਣ ਤੁਸੀਂ ਕੀਤੀ ਹੈ ਕਿ ਡਿਪਾਰਟਮੈਂਟ ਜਦੋਂ ਖੜਾ ਹੁੰਦਾ ਹੈਗਾ ਤਾਂ ਉਹ ਜਿਹੜੇ ਆਪਣੇ ਉਤਲੇ ਤਬਕੇ ਦੇ ਬੰਦੇ ਹੈਗੇ ਉਹਨੂੰ ਜ਼ਿਆਦਾ ਸਪੋਰਟ ਕਰਦਾ ਹੈਗਾ, ਤਾਂ ਜਿਹੜੇ ਨਿਚਲੇ ਤਬਕੇ ਦੇ ਬੰਦੇ ਹੈਗੇ ਉਹਨਾਂ ਨੂੰ ਉਨੀ ਸਪੋਰਟ ਨਹੀਂ ਮਿਲਦੀ ਹੈਗੀ ਹੈ। ਔਰ ਇਹ ਪਰੇਸ਼ਾਨੀ ਅੱਜ ਦੀ ਨਹੀਂ ਹੈ, ਪਹਿਲਾਂ ਤੋਂ ਵੀ ਇਦਾਂ ਹੀ ਚੱਲਦੀ ਆ ਰਹੀ ਹੈਗੀ ਹੈ। ਤਾਂ ਇਹ ਗੱਲ ਹੈਗੀ ਹੈ 27 ਸਤੰਬਰ ਦੀ ਹੈਗੀ ਆ। ਸੰਦੀਪ ਸਿੰਘ ਦੇ ਸਮਰਥਨ ਵਿੱਚ ਉਹਨਾਂ ਦੇ ਵਿਭਾਗ ਦੇ ਹੀ ਡਿਪਟੀ ਡਾਇਰੈਕਟਰ ਕਵਿਤਾ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ, ਤਾਂ ਉਹਨਾਂ ਨੇ ਆਪਣੇ ਜਿਹੜੇ ਜੂਨੀਅਰ ਮੁਲਾਜ਼ਮ ਹੈਗਾ ਉਹਨਾਂ ਤੇ ਬਦਤਮੀਜ਼ੀ ਦੇ ਆਰੋਪ ਲਗਾਏ। ਤਾਂ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ, ਜਦਕਿ ਉਹਨਾਂ ਨੂੰ ਇਸ ਚੀਜ਼ ਨੂੰ ਦੇਖ ਕੇ ਉਹਦੇ ਉੱਤੇ ਕੋਈ ਫੈਸਲਾ ਜਾਂ ਬਿਆਨਬਾਜ਼ੀ ਕਰਨ ਤੋਂ ਬਚਣਾ ਚਾਹੀਦਾ ਸੀ। ਉਹਨੂੰ ਇੱਕ ਪ੍ਰੋਪਰ ਮੁਕੰਮਲ ਰਾਏ ਨਾਲ ਦੇਖਣਾ ਚਾਹੀਦਾ। ਇਹ ਸਾਰੀ ਗੱਲਾਂ ਹੁੰਦੇ ਹੋਏ ਦੇਖ ਕੇ ਜਿਹੜੀ ਜੂਨੀਅਰ ਮਹਿਲਾ ਕੋਚ ਸੀਗੀ, ਉਹ ਜਿਹੜਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਸੀਗੀ, ਮਹਿਲਾ ਕੋਚ, ਉਹ ਡਿਪਟੀ ਜਿਹੜਾ ਪੁਲਿਸ ਮੁਖਾਲਿਆ ਹੈਗਾ ਉਹਨਾਂ ਨੇ ਡੀਜੀਪੀ ਦੇ ਕੋਲ ਇੱਕ ਲਿਖਤ ਵਿੱਚ ਉਹਨਾਂ ਨੇ ਆਪਣੀ ਸ਼ਿਕਾਇਤ ਦਰਜ ਕਰਾਈ। ਉਹਦੇ ਨਾਲ ਹੀ ਉਸੇ ਦਿਨ ਉਹਨਾਂ ਨੇ ਚੰਡੀਗੜ੍ਹ ਪੁਲਿਸ ਵੀ ਜਾ ਕੇ ਮਿਲकर ਮੰਤਰੀ ਦੀ ਸ਼ਿਕਾਇਤ ਕੀਤੀ ਹੈਗੀ ਆ। ਤਾਂ ਜਿਹੜੀ ਚੰਡੀਗੜ੍ਹ ਦੀ ਪੁਲਿਸ ਸੀਗੀ ਉਹਨਾਂ ਨੇ ਜਿਹੜੀ ਇਹਨਾਂ ਦੀ ਸ਼ਿਕਾਇਤ ਹੈਗੀ ਸੈਕਟਰ 26 ਵਿੱਚ ਦਰਜ ਕਰਵਾਤੀ। ਚੰਡੀਗੜ੍ਹ ਸੈਕਟਰ ਦੇ ਵਿੱਚ ਜਦੋਂ ਇਹਨਾਂ ਦੀ ਸ਼ਿਕਾਇਤ ਦਰਜ ਹੋ ਗਈ, ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕੀ ਲਿਆ, ਕੀ ਵੱਡੇ ਅਫਸਰਾਂ ਨੇ ਕੀ ਐਕਸ਼ਨ ਲਿਆ ਉਸ ਤੋਂ ਬਾਅਦ? ਕਿਉਂਕਿ ਇਸ ਮਾਮਲੇ 'ਚ ਜਿਹੜੀ SIT ਬਣਾਈ ਗਈ ਹੈ, ਉਹ SIT ਪੁੱਛਗਿੱਛ ਕਰ ਰਹੀ ਹੈ ਫਿਲਹਾਲ ਤਾਂ ਹਜੇ, ਕਿਉਂਕਿ ਸੰਦੀਪ ਸਿੰਘ ਦੇ ਨਾਲ ਵੀ ਉਹਨਾਂ ਨੇ ਪਹਿਲਾਂ ਮਹਿਲਾ ਕੋਚ ਦੇ ਨਾਲ ਉਹਦੀ ਪੂਰੀ ਗੱਲਬਾਤ ਸੁਣੀ, ਬਾਅਦ 'ਚ ਸੰਦੀਪ ਸਿੰਘ ਦੇ ਘਰ ਗਏ, ਉਹ ਸੁਣੀ, ਉਹ ਘਰ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ, ਲੰਬੀ ਗੱਲਬਾਤ ਚੱਲੀ ਜਿਹੜੀ ਹੈ। ਤੇ ਇਸ ਦੇ ਬਾਅਦ ਕੀ ਹੋਇਆ ਹੋਰ? ਇਹ ਜਿਹੜੀ ਘਟਨਾ ਸਾਡੀ ਹੋਈ ਸੀ 27 ਦਸੰਬਰ ਦੀ ਸੌਰੀ, ਤਾਂ ਉਹਦੇ ਅੰਦਰ ਜੋ ਸ਼ਿਕਾਇਤ ਹੋਈ ਹੈ, ਸਾਰਾ ਕੁਝ ਦਰਜ ਹੋਇਆ। ਤਾਂ ਇਹ ਮਾਹੌਲ ਬਹੁਤ ਹੀ ਜਲਦ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਸੀਗਾ ਕਿ ਕਿਸੇ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ ਕਿ ਇਹ ਘਟਨਾ ਕਿੱਧਰ ਹੋ ਰਹੀ ਹੈ, ਕਿੱਧਰ ਨੂੰ ਜਾ ਰਹੀ ਹੈ। ਤਾਂ ਅਗਲਾ ਦਿਨ ਸਾਡਾ ਆਉਂਦਾ ਹੈਗਾ 28 ਦਸੰਬਰ। 28 ਦਸੰਬਰ ਨੂੰ ਜਦੋਂ ਸੰਦੀਪ ਸਿੰਘ ਨੂੰ, ਖੇਲ ਮੰਤਰੀ ਸੰਦੀਪ ਸਿੰਘ ਨੂੰ ਲੱਗਿਆ ਕਿ ਇਹ ਮਾਹੌਲ ਬਹੁਤ ਹੀ ਖਰਾਬ ਹੁੰਦਾ ਜਾ ਰਿਹਾ, ਮੇਰੇ ਖਿਲਾਫ ਕਾਫੀ ਜ਼ਿਆਦਾ ਸ਼ਿਕਾਇਤਾਂ ਹੋ ਰਹੀਆਂ और मेरी ज़्यादा पूछगिछ नहीं हो रही है, तो उन्होंने उस दिन अपना कुछ समा कट के जेरे हरियाणा के जेरे विधान सभा के स्पीकर है ज्ञानचंद गुप्ता नूं मिलन वास्ते चले गए। और उसी दिन एक घटना होंदे होंदे शाम तक जेरे हरियाणा के DGP हैगे आ, उन्होंने एक SIT दी 3 ਮੈਂਬਰ ਦੀ ਜਾਂਚ ਕਮੇਟੀ ਬਿਠਾ ਦਿੱਤੀ। ਤੇ ਇਹ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਸਪੋਰਟ ਮਿਲੂਗੀ, ਬਟ ਉੱਦਾਂ ਦੀ ਸਪੋਰਟ ਉਹਨਾਂ ਨੂੰ ਮਿਲੀ ਨਹੀਂ। ਜਿਹੜੇ ਹਰਿਆਣਾ ਦੇ DGP ਹੈਗੇ ਉਹਨਾਂ ਨੂੰ ਵੀ ਲੱਗਿਆ ਕਿ ਇਸ ਮਾਮਲੇ ਤੇ ਸਾਨੂੰ ਕਰਨਾ ਚਾਹੀਦਾ, ਨਹੀਂ ਕਿ ਸਾਰੇ ਇਲਜ਼ਾਮ ਸਾਡੇ ਉੱਤੇ ਆਉਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਉਹਨਾਂ ਨੇ 3 ਮੈਂਬਰ SIT ਦੀ ਟੀਮ ਉਹਦੇ ਤੇ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਸੰਦੀਪ ਸਿੰਘ ਗਏ ਹੈ ਵਿਧਾਨ ਸਭਾ ਸਪੀਕਰ ਨੂੰ ਮਿਲਣ, ਵਿਧਾਨ ਸਭਾ ਸਪੀਕਰ ਵੀ ਤਾਂ ਸਰਕਾਰ ਦਾ ਹੀ ਹੁੰਦਾ ਹੈ, ਤੇ ਉਹਨਾਂ ਨੂੰ ਮਿਲਣ ਗਏ। ਹੋ ਸਕਦਾ ਹੈ ਕਿ ਇਹ ਇਸ ਮਾਮਲੇ ਨੂੰ ਕੁਝ ਹੋਰ ਰੰਗਤ ਦੇਣ ਵਾਸਤੇ ਜਾਂ ਇਸ ਮਾਮਲੇ ਨੂੰ ਇੱਕ ਸਟੇਬਿਲਿਟੀ ਦੇਣ ਵਾਸਤੇ ਕਿ ਇੱਥੇ ਹੀ ਸ਼ਾਇਦ ਥੰਮ ਜਾਵੇ, ਉਹਨਾਂ ਨੇ ਇੱਕ SIT ਗਠਿਤ ਕਰਨ ਨੂੰ ਜਿਹੜਾ ਹੈਗਾ ਉਹ DGP ਨੂੰ ਕਹਿ ਦਿੱਤਾ ਹੋਵੇ।
ਹਾਂ ਹੋ ਸਕਦਾ ਹੈ ਕਿ ਉਹ ਪਹਿਲਾਂ ਦੇਖਦੇ ਹੋਣ ਕਿ ਜੇ ਮਾਮਲਾ ਇੰਨਾ ਗੰਭੀਰ ਨਹੀਂ ਹੈਗਾ, ਇਹ 'ਚ ਜਾਂਚ ਬਿਠਾ ਦਿੱਤੀ ਜਾਏ। ਜਾਂਚ ਦਾ ਮਤਲਬ ਹੀ ਹੁੰਦਾ ਹੈ ਕਿ ਇਹ ਜਾਂਚ ਥੋੜੀ ਲੰਬੀ ਚੱਲੂਗੀ, ਇਹ 'ਚ ਸਮਾਂ ਮਿਲ ਜਾਂਦਾ ਹੈਗਾ ਪਾਰਟੀ ਨੂੰ ਆਪਣੇ ਆਪ ਨੂੰ ਬਚਾਅ ਕਰਨ ਦਾ। ਬਟ ਉਹ ਜਾਂਚ ਕੌਣ ਕਰੂਗਾ, ਕਿੱਦਾਂ ਕਰੂਗਾ, ਇਹ ਸਾਰੇ ਮਸਲੇ ਆਉਣ ਵਾਲੇ ਹੁੰਦੇ ਆ। ਤਾਂ ਇਹਦੇ ਨਾਲ ਦੇ ਗੱਲ ਦੱਸਦਾ ਕਿ ਇਸ ਜਿਹੜੀ ਘਟਨਾ ਹੋਈ ਸੀ 28 ਦਸੰਬਰ ਦੀ, ਤਾਂ ਅਗਲੇ ਜਿਹੜੇ 2 ਦਿਨ ਹੈਗੇ ਤਾਂ ਚੰਡੀਗੜ੍ਹ ਪੁਲਿਸ ਇਹ 'ਚ ਐਕਟਿਵ ਹੋ ਗਈ। 29 ਤੇ 30 ਦਸੰਬਰ ਨੂੰ ਚੰਡੀਗੜ੍ਹ ਪੁਲਿਸ ਨੇ ਕੇਸ ਉਹਨਾਂ ਦੇ ਕੋਲ ਦਰਜ ਹੋ ਗਿਆ, ਤਾਂ ਉਹ ਫੌਰਨ ਇਸ ਟੀਮ ਦੇ ਉੱਤੇ ਐਕਸ਼ਨ ਲੈਣ ਵਾਸਤੇ ਤਿਆਰ ਹੋ ਗਏ। ਬਟ ਉਹਨਾਂ ਨੇ ਖੇਲ ਮੰਤਰੀ ਤੇ ਕੋਈ ਪਹਿਲਾਂ ਡਾਇਰੈਕਟ ਐਕਸ਼ਨ ਨਹੀਂ ਲਿਆ, ਪਹਿਲਾਂ ਉਹਨਾਂ ਨੇ ਐਵੀਡੈਂਸ ਜੁਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਸੀਨ ਤੇ ਵੀ ਗਏ ਹੈਗੇ, ਜਿਹੜੇ ਮੁਲਾਜ਼ਮ ਨੇ ਦੱਸੇ ਸੀ ਕਿ ਮੈਂ ਇੱਥੇ ਬੈਠੀ ਸੀ ਇਸ ਕਮਰੇ 'ਚ ਮੇਰੇ ਨਾਲ, ਉਹ ਸਾਰੇ ਸੀਨ ਤੇ ਜਾ ਕੇ ਉਹਨਾਂ ਨੇ ਲੋਕੇਸ਼ਨ ਦੇਖੀ ਆ। ਉਹਨਾਂ ਦੇ ਜਿਹੜੇ CCTV ਕੈਮਰੇ ਸੀਗੇ ਉਹ ਫੁਟੇਜ ਕਢਾਈ ਹੈਗੀ ਆ। ਉਹ ਸਾਰੀ ਜਾਣਕਾਰੀ ਇਕੱਠਾ ਕਰਕੇ ਜੇ ਉਹਨਾਂ ਦੇ ਬਾਅਦ ਉਹਨਾਂ ਨੂੰ ਲੱਗਿਆ ਕਿ ਇਹ ਕੇਸ ਬੰਦਾ ਹੈਗਾ, ਉਹਦੇ ਬਾਅਦ ਹੀ ਉਹਨਾਂ ਨੇ 1 ਦਸੰਬਰ ਨੂੰ ਇਹ ਕੇਸ ਰਜਿਸਟਰ ਕੀਤਾ ਹੈਗਾ। ਯਾਨੀ ਸੀਨ ਰੀਕ੍ਰੀਏਟ ਕੀਤਾ ਉੱਥੇ ਉਹਨਾਂ ਨੇ? ਨਹੀਂ, ਸੀਨ ਨਹੀਂ, ਪਹਿਲੇ ਦਿਨ ਜਿਹੜਾ ਗੱਲਬਾਤ ਹੋਈ ਹੈ ਉਹ 'ਚ ਉਹਨਾਂ ਨੇ ਸਿਰਫ CCTV ਜਿਹੜੇ ਫੁਟੇਜ ਹੈਗੇ ਆ ਉਹ ਚੈੱਕ ਕੀਤੇ ਕਿ ਜੋ ਮਹਿਲਾ ਕਹਿ ਰਹੀ ਹੈ ਕਿ ਮੇਰੇ ਨਾਲ ਇਦਾਂ ਹੋਇਆ ਸੀ, ਮੈਂ ਉਸ ਜਗ੍ਹਾ ਤੇ ਗਈ ਸੀ, ਮੈਨੂੰ ਉਹਨਾਂ ਨੇ ਆਪਣੇ ਸਰਕਾਰੀ ਆਵਾਸ 'ਚ ਬੁਲਾਇਆ ਸੀ। ਉਸ ਚੀਜ਼ ਨੂੰ ਪਹਿਲਾਂ ਉਹ ਆਇਡੈਂਟੀਫਾਈ ਕਰਨ ਵਾਸਤੇ ਉਹਨਾਂ ਨੇ CCTV ਕੈਮਰੇ ਦੇਖੇ ਹੈਗੇ ਕਿ ਇਹ ਕੁੜੀ ਵਾਕਈ ਉੱਥੇ ਗਈ ਸੀ ਜਾਂ ਨਹੀਂ ਗਈ ਹੈ। ਹੋ ਸਕਦਾ ਇਹ ਝੂਠ ਬੋਲ ਰਹੀ ਹੋਵੇ। ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਕੁੜੀ ਉੱਥੇ ਗਈ ਸੀ, ਉਹ ਟਾਈਮ ਜੋ ਮੈਂਸ਼ਨ ਕਰ ਰਹੀ ਹੈਗੀ ਆਪਣੀ ਰਿਪੋਰਟ ਵਿੱਚ, ਉਹਦੇ ਨਾਲ ਉਹ ਵੈਰੀਫਾਈ ਹੋ ਰਿਹਾ ਹੈਗਾ। ਬਾਕੀ ਚੀਜ਼ਾਂ ਵੀ ਜੋ ਐਵੀਡੈਂਸ ਹਾਲੇ ਪੂਰੇ ਓਪਨ ਨਹੀਂ ਕੀਤੇ ਗਏ, ਬਟ ਜੋ ਉਹਨਾਂ ਨੂੰ ਸਬੂਤ ਮਿਲੇ ਉਹਦੇ ਨਾਲ ਇੰਨਾ ਸੀਗਾ ਕਿ ਉਹ ਕੇਸ ਰਜਿਸਟਰ ਕਰਨ ਵਾਸਤੇ ਉਹ ਕਾਫੀ ਸੀਗੇ ਜੋ ਉਹਨਾਂ ਨੂੰ ਫੁਟੇਜ ਮਿਲੇ ਹੈਗੇ ਆ। ਜੋ ਕੇਸ ਰਜਿਸਟਰਡ ਹੋਇਆ ਹੈ, ਜਿਹੜਾ ਪੁਲਿਸ ਨੇ ਕੇਸ ਰਜਿਸਟਰਡ ਕੀਤਾ, ਲੇਕਿਨ ਉਹਦੇ ਵਿੱਚ ਅਜਿਹੀ ਕੋਈ ਧਾਰਾ ਨਹੀਂ ਲਾਈ ਗਈ ਸੀਗੀ ਜਿਹਦੇ ਵਿੱਚ ਇਹ ਸਾਬਿਤ ਹੁੰਦਾ ਹੋਵੇ ਕਿ ਉਹਦੇ ਨਾਲ ਸੈਕਸੁਅਲ ਹਰਾਸਮੈਂਟ ਹੋਈ ਹੈ। ਤੇ ਲੇਕਿਨ ਉਹਦੇ 'ਚ ਜਿਹੜੇ ਹੁਣ ਪੀੜਤਾ ਦੇ ਵਕੀਲ ਹੈਗੇ, ਜਿਹੜੇ ਮਹਿਲਾ ਕੋਚ ਦੇ ਜੂਨੀਅਰ ਮਹਿਲਾ ਕੋਚ ਦੇ ਵਕੀਲ ਹੈਗੇ ਆ, ਉਹ ਵੀ ਇਹ ਕਹਿ ਰਹੇ ਆ ਕਿ ਜੀ ਇਹਦੇ ਵਿੱਚ ਕੋਈ ਐਸੀ ਧਾਰਾ ਜੋੜੀ ਜਾਣੀ ਚਾਹੀਦੀ ਹੈ ਜਿਹੜੀ ਉਹ ਮੰਤਰੀ ਨੂੰ ਇਹ ਦੱਸੇ ਕਿ ਧਾਰਾ ਤੋਂ ਹੀ ਇਹ ਪਤਾ ਲੱਗੇ ਕਿ ਮੰਤਰੀ ਦੇ ਉੱਪਰ ਕਾਰਵਾਈ ਹੋ ਸਕਦੀ ਹੈ। ਕਿਉਂਕਿ ਧਾਰਾ ਕੋਈ ਵੀ ਐਸੀ ਸਖਤ ਨਹੀਂ ਲੱਗੀ ਹੋਈ ਹੈ ਹਜੇ। ਜਿਹੜੀ ਸਖਤ ਧਾਰਾ ਹੈਗੀ ਆ ਉਹ ਹੈਗੀ ਰੇਪ ਦੀ ਧਾਰਾ। ਤੇ ਉਹ ਲੜਕੀ ਨੇ ਇਹ ਵੀ ਕਿਹਾ, ਲੜਕੀ ਦੇ ਵਕੀਲ ਨੇ, ਕਿ ਇਹ ਤੇ ਰੇਪ ਦੀ ਧਾਰਾ ਜਿਹੜੀ ਹੈਗੀ ਹੈ ਇਸ ਕੇਸ ਦੇ ਵਿੱਚ ਜੋੜੀ ਜਾਵੇ। ਜਿਹੜਾ ਮੁਲਾਜ਼ਮ ਹੈਗੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਦੀਪਾਂਸ਼ੂ ਬੰਸਲ, ਉਹਨਾਂ ਨੇ ਕਿਹਾ ਕਿ ਅਸੀਂ 2 ਧਾਰਾਂ ਇਸ ਕੇਸ ਵਿੱਚ ਆਰੋਪੀ ਜਿਹੜੇ ਸੰਦੀਪ ਸਿੰਘ ਹੈਗੇ ਉਹਨਾਂ ਦੇ ਉੱਤੇ ਜੋੜਨਾ ਚਾਹੁੰਦੇ ਹੈਗੇ। ਪੁਲਿਸ ਨੇ ਹਾਲੇ ਉਹ ਧਾਰਾਂ ਨਹੀਂ ਜੋੜੀਆਂ ਹੈਗੀਆਂ। ਇੱਕ ਹੈਗੀ ਰੇਪ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ, ਔਰ ਇਹਦੇ ਲਈ ਉਹਨਾਂ ਨੇ ਕਾਫੀ ਸਬੂਤ ਵੀ ਪੁਲਿਸ ਨੂੰ ਜੁਟਾ ਕੇ ਉਹਨਾਂ ਨੂੰ ਦਿੱਤੇ ਹੈਗੇ ਕਿ ਅਗਰ ਉਹਨਾਂ ਨੇ ਵਕੀਲ ਦਾ ਜੋ ਕਹਿਣਾ ਹੈਗਾ ਕਿ ਅਗਰ ਇਹ ਪੁਲਿਸ ਇਹ 2 ਧਾਰਾਂ ਇਸ ਕੇਸ ਵਿੱਚ ਨਹੀਂ ਦਰਜ ਕਰਦੀ ਹੈ ਤਾਂ ਅਸੀਂ ਹਾਈ ਕੋਰਟ ਵੀ ਜਾਵਾਂਗੇ, ਆਪਣੀ ਐਪਲੀਕੇਸ਼ਨ ਉੱਥੇ ਦੇਵਾਂਗੇ। ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈਗਾ ਕਿ ਇਹ ਧਾਰਾਂ ਇੱਥੇ ਬੰਦੀ ਹੈਗੀ ਇਸ ਕੇਸ ਵਿੱਚ। ਜਦਕਿ ਅਗਰ ਉਹ ਕੋਈ ਸਧਾਰਨ ਕੇਸ ਹੁੰਦਾ ਤਾਂ ਇਹ ਧਾਰਾਂ ਫਟਾਫਟ ਲੱਗ ਜਾਣੀ ਸੀ, ਬਟ ਇਹ ਮੰਤਰੀ ਦਾ ਕੇਸ ਹੋਣ ਕਰਕੇ ਇਸ ਧਾਰਾਂ ਨਹੀਂ ਲੱਗ ਰਹੀ ਹੈਗੀਆਂ, ਤਾਂ ਸਾਨੂੰ ਸ਼ਾਇਦ ਹਾਈ ਕੋਰਟ ਜਾ ਕੇ ਉੱਥੇ ਐਪਲੀਕੇਸ਼ਨ ਦੇਣੀ ਪਊਗੀ। ਇਸ ਸਾਰੇ ਕੇਸ ਦੇ ਵਿੱਚ ਜ਼ਿਆਦਾਤਰ ਦੇਖਿਆ ਗਿਆ, ਖਾਸ ਕਰ ਜਦੋਂ ਵੀ ਕੋਈ ਹਾਈ ਪ੍ਰੋਫਾਈਲ ਕੇਸ ਹੁੰਦਾ, ਇਹ ਵੀ ਹਾਈ ਪ੍ਰੋਫਾਈਲ ਕੇਸ ਹੈ। ਹਾਈ ਪ੍ਰੋਫਾਈਲ ਕੇਸ ਦੇ ਵਿੱਚ ਜ਼ਿਆਦਾਤਰ ਜਿਹੜਾ ਆਰੋਪ ਲਗਾਉਣ ਵਾਲਾ ਬੰਦਾ ਹੈ, ਚਾਹੇ ਉਹ ਲੜਕਾ ਹੋਵੇ, ਲੜਕੀ ਹੋਵੇ, ਕੋਈ ਵੀ ਹੋਵੇ, ਇਹਦੇ 'ਚ ਤਾਂ ਲੜਕੀ ਹੈ ਕਿਉਂਕਿ, ਔਰ ਇੱਕ ਮੰਤਰੀ ਤੇ ਆਰੋਪ ਲਾ ਰਹੀ ਹੈ। ਤੇ ਉਹ ਜਦੋਂ ਇਦਾਂ ਦੀ ਕੋਈ ਗੱਲ ਹੁੰਦੀ ਹੈ ਤੇ ਪੁਲਿਸ ਦਾ ਜਿਹੜਾ ਝੁਕਾਅ ਆ ਤਕਰੀਬਨ ਜਿਹੜਾ ਹੈਗਾ ਇੱਕ ਪਾਵਰਫੁਲ ਬੰਦੇ ਵੱਲ ਹੁੰਦਾ ਹੈ, ਕਿਉਂਕਿ ਉਹ ਤਾਂ ਵੈਸੇ ਵੀ ਮੰਤਰੀ ਹੈ। ਔਰ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਜਿਹੜੀ ਹੈਗੀ ਹੈ ਉਹ ਨਿਊਟਰਲ ਭੂਮਿਕਾ ਨਿਭਾ ਰਹੀ ਹੈ ਜਾਂ ਕਿ ਉਹ ਪੱਖਪਾਤ ਕਰ ਰਹੀ ਹੈ? ਇਹ ਸਾਡਾ ਬਹੁਤ ਹੀ ਵਧੀਆ ਸਵਾਲ ਹੈਗਾ ਜਿਹੜਾ ਤੁਸੀਂ ਪੁੱਛਿਆ ਹੈਗਾ ਕਿ ਪੁਲਿਸ ਕਿਹਦਾ ਪੱਖ ਲੈ ਰਹੀ ਹੈ ਔਰ ਕਿੱਦਾਂ ਲੈ ਰਹੀ ਹੈ। ਜੋ ਅੱਜ ਤੱਕ ਦੇ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇਸ ਕੇਸ ਵਿੱਚ ਵੀ ਇਦਾਂ ਹੀ ਹੋਇਆ ਹੈਗਾ। ਜਦੋਂ ਕੁੜੀ ਨੇ ਕੇਸ ਦਰਜ ਕਰਵਾਤਾ ਹੈਗਾ, ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹ 'ਚ ਪੁਲਿਸ ਜਿਹੜੀ ਕੁੜੀ ਹੈਗੀ ਆ ਉਹਨੂੰ ਆਪਣੇ ਥਾਣੇ ਬੁਲਾ ਕੇ 5-5 ਘੰਟੇ ਉਹ ਤੋਂ ਇਨਵੈਸਟੀਗੇਸ਼ਨ ਦੀ ਰਿਪੋਰਟ ਕਰਵਾ ਰਹੀ ਹੈ। ਬਟ ਜਿਹੜਾ ਆਰੋਪੀ ਹੈਗੇ ਉਹਦੇ ਕੋਲ ਜਾ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਤਾਂ ਇਹਦੇ ਨਾਲ ਸਾਫ਼ ਪਤਾ ਲੱਗਦਾ ਹੈ ਕਿ ਆਰੋਪੀ ਨਾਲ ਪੁਲਿਸ ਫੇਵਰ ਕਰ ਰਹੀ ਹੈ। ਤਾਂ ਜਿਹੜਾ ਮੰਤਰੀ ਸੰਦੀਪ ਸਿੰਘ ਦੇ ਨਾਲ ਪੁਲਿਸ ਨੇ ਪੂਰੇ 5 ਘੰਟੇ ਪੁੱਛਤਾਛ ਕੀਤੀ ਗਈ ਹੈ ਉਹਨਾਂ ਦੇ ਨਾਲ। ਉਹ ਵੀ ਪੁਲਿਸ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪੁੱਛਗਿੱਛ ਕਰਕੇ ਆਈ ਹੈ। ਜਦੋਂ ਇਹ ਪੁੱਛਗਿੱਛ ਚੱਲ ਰਹੀ ਸੀ ਤਾਂ ਜਿਹੜੀ ਜੂਨੀਅਰ ਮਹਿਲਾ ਕੋਚ ਹੈਗੀ ਆ ਉਹ ਵੀ ਕੋਠੀ ਵਿੱਚ ਅੱਧਾ ਘੰਟਾ ਉੱਥੇ ਬੈਠੀ ਹੋਈ ਸੀ, ਕਿਉਂਕਿ ਉਹਨਾਂ ਨੇ ਸਾਰੇ ਸੀਨ ਰੀਕ੍ਰੀਏਟ ਕੀਤੇ ਹੈਗੇ, ਕਿੱਦਾਂ ਹੋਇਆ, ਕਿੱਦਾਂ ਇਹ ਬੈਠੇ ਸੀ, ਕੀ ਹਾਲਾਤ ਹੋਏ ਸੀ, ਕਿੱਦਾਂ ਉਹਨਾਂ ਨੇ ਉਹਨਾਂ ਦੇ ਸਰੀਰ ਤੇ ਹੱਥ ਰੱਖਿਆ, ਉਹਦੇ ਬਾਅਦ ਉਹ ਕਿੱਦਾਂ ਅੰਦਰ ਗਈ ਹੈ ਜਾਂ ਅੰਦਰੋਂ ਬਾਹਰ ਆਈ ਹੈ, ਸਾਰਾ ਕੁਝ ਉਹਨਾਂ ਨੇ ਸਾਰਾ ਰੀਕ੍ਰੀਏਟ ਕਰਕੇ ਹੀ ਬੈਠਾ ਹੈਗਾ। ਤਾਂ ਉਹਦੇ ਬਾਅਦ
ਉਹ ਕਿੱਦਾਂ ਉੱਥੋਂ ਬਾਹਰ ਨਿਕਲ ਗਈ ਆ, ਸਾਰੀ ਚੀਜ਼ਾਂ ਉਹਨਾਂ ਨੇ ਕ੍ਰੀਏਟ ਕਰਕੇ ਸਾਰੀ ਜੋ ਵੀ ਪੁੱਛਗਿੱਛ ਹੈਗੀ 5 ਘੰਟੇ ਤੋਂ ਉੱਤੇ ਦੀ ਪੁੱਛਗਿੱਛ ਚੱਲਦੀ ਹੈਗੀ ਉੱਥੇ। ਨਹੀਂ 5 ਘੰਟੇ ਦੀ ਜਿਹੜੀ 5 ਘੰਟੇ ਦੀ ਪੁੱਛਗਿੱਛ ਸੀਗੀ ਉਹਦੇ ਵਿੱਚ ਸੰਦੀਪ ਸਿੰਘ ਵੀ ਨਾਲ ਸੀਗੇ ਕਿ ਇਹ ਲੜਕੀ ਤੋਂ ਸੰਦੀਪ ਸਿੰਘ ਵੀ ਸੀਗੇ, ਤਾਂ ਕੁੜੀ ਸਿਰਫ ਉੱਥੇ ਅੱਧਾ ਘੰਟਾ ਰਹੀ ਹੈਗੀ ਆ, ਕਿਉਂਕਿ ਉਹਦੀ ਜਿੰਨੀ ਰਿਕੁਆਇਰਮੈਂਟ ਸੀ ਉਹਨਾਂ ਨੂੰ ਉੱਥੇ ਬੁਲਾਇਆ ਗਿਆ, ਤਾਂ ਉਹ ਉੱਥੇ ਬੈਠੀ। ਉਹਦੇ ਬਾਅਦ ਸਾਰੀ ਪੁੱਛਗਿੱਛ ਸੰਦੀਪ ਸਿੰਘ ਦੇ ਨਾਲ ਹੋਈ ਹੈ। ਤਾਂ ਸੰਦੀਪ ਸਿੰਘ ਨੇ ਜੋ ਕੁਝ ਆਪਣੇ ਬਿਆਨ ਵਿੱਚ ਦੱਸਿਆ ਹੈਗਾ ਕਿ ਜਿਹੜੀ ਇਹ ਮਹਿਲਾ ਕੋਚ ਹੈ ਇਹਦੀ ਟਰਾਂਸਫਰ ਝੱਜਰ ਕਰ ਦਿੱਤੀ ਸੀ, ਉਹਦੇ ਕਰਕੇ ਇਹ ਫਰਸਟ੍ਰੇਟਡ ਹੋ ਕੇ ਮੇਰੇ ਤੇ ਇਲਜ਼ਾਮ ਲਗਾਏ ਹੈਗੇ। ਉਹਦੀ ਗੱਲਾਂ ਨੂੰ ਵੀ ਸੁਣਿਆ ਗਿਆ ਹੈਗਾ, ਮਹਿਲਾ ਦੀ ਵੀ ਜਿਹੜੀ ਕੋਚ ਹੈਗੀ ਉਹਦੀ ਵੀ ਗੱਲ ਸੁਣੀ ਗਈ ਹੈ, ਸਾਰੇ ਚੀਜ਼ਾਂ ਰੀਕ੍ਰੀਏਟ ਕਰਕੇ ਚੀਜ਼ਾਂ ਦੇਖੀਆਂ ਗਈਆਂ ਹੈਗੀਆਂ। ਇੱਕ ਹੋਰ ਇਹਨਾਂ ਨੇ ਜਿਹੜੇ ਹੈਗੇ ਆ ਪੀੜਤ ਪੱਖ ਹੈ ਜਿਹੜਾ ਜੂਨੀਅਰ ਮਹਿਲਾ ਕੋਚ ਵਾਲਾ ਪਾਸਾ ਹੈਗਾ ਜਿਹੜਾ, ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਸੰਦੀਪ ਸਿੰਘ ਇੱਕ ਪਾਵਰਫੁਲ ਅਹੁਦੇ ਤੇ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਇੱਕ VIP ਟ੍ਰੀਟਮੈਂਟ ਜਿਹੜੀ ਹੈਗੀ ਹੈ VIP ਟ੍ਰੀਟਮੈਂਟ ਦਿੱਤੀ ਜਾ ਰਹੀ ਹੈ, ਜਦਕਿ ਉਹ ਆਰੋਪੀ ਨੇ, ਆਰੋਪੀ ਨੂੰ ਤਾਂ ਇੱਕ ਆਰੋਪੀ ਵਾਂਗ ਹੀ ਪੇਸ਼ ਆਉਣਾ ਚਾਹੀਦਾ। ਤੇ ਲੇਕਿਨ ਇਹਦੇ 'ਚ ਕਿਉਂਕਿ ਅਕਸਰ ਇਦਾਂ ਹੁੰਦਾ ਹੈ ਕਿ ਜਿਹੜੇ ਲੋਕ ਪਾਵਰਫੁਲ ਹੁੰਦੇ ਆ ਉਹਨਾਂ ਨੂੰ ਉਸ ਤਰ੍ਹਾਂ ਨਾਲ ਟਰੀਟ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਬਾਕੀ ਆਰੋਪੀਆਂ ਨੂੰ ਕੀਤਾ ਜਾਂਦਾ। ਤੇ ਇਹਦੇ ਤੇ ਵੀ ਇਹ ਆਰੋਪ ਲੱਗ ਰਹੇ ਆ। ਇਹ ਆਰੋਪ ਇਸ ਕਰਕੇ ਲੱਗ ਰਿਹਾ ਕਿ ਜਿਹੜੀ ਆਰੋਪੀ ਮਹਿਲਾ ਹੈਗੀ ਆ ਜੀ, ਉਹਨੂੰ ਥਾਣੇ ਬੁਲਾ ਕੇ 8 ਘੰਟੇ ਪੁੱਛਤਾਛ ਕੀਤੀ ਗਈ ਆ, ਔਰ ਲਗਾਤਾਰ ਉਹਨੂੰ ਦੂਸਰੇ ਦਿਨ ਤੀਸਰੇ ਦਿਨ ਬੁਲਾਇਆ ਜਾ ਰਿਹਾ। ਜਦਕਿ ਮਹਿਲਾ ਹੈਗੀ ਤਾਂ ਤੁਸੀਂ ਪੁਲਿਸ ਉਹਦੇ ਘਰ ਜਾ ਕੇ ਵੀ ਉਹ ਗੱਲਾਂ ਪੁੱਛ ਸਕਦੀ, ਉਹਨੂੰ ਥਾਣੇ ਕਿਉਂ ਬੁਲਾਇਆ ਜਾ ਰਿਹਾ। ਔਰ ਜਿਹੜਾ ਆਰੋਪੀ ਹੈ ਜਿੱਤੇ ਆਰੋਪ ਲਗਾਏ ਗਏ ਉਹਨੂੰ ਥਾਣੇ ਬੁਲਾਉਣਾ ਚਾਹੀਦਾ ਸੀ, ਉਹਨੂੰ ਥਾਣੇ ਬੁਲਾਉਣ ਦੀ ਜਗ੍ਹਾ ਉਹਦੇ ਘਰ ਜਾ ਕੇ ਪੁਲਿਸ ਸਾਰੀ ਇਨਵੈਸਟੀਗੇਸ਼ਨ ਉਹਦੇ ਕੰਫਰਟ ਜ਼ੋਨ ਵਿੱਚ ਕਰ ਰਹੀ ਹੈ। ਤੇ ਇਸ ਕਰਕੇ ਲੋਕਾਂ ਨੇ ਇਹ ਸਵਾਲ ਤਾਂ ਪੁੱਛਣੇ ਆ, ਹਰ ਬੰਦਾ ਇਹ ਪੁੱਛ ਵੀ ਰਿਹਾ ਕਿ ਇਦਾਂ ਦਾ ਕਿਉਂ ਹੋ ਰਿਹਾ ਹੈਗਾ। ਇਸੇ ਕਰਕੇ ਜਿਹੜੀ ਮਹਿਲਾ ਕੋਚ ਹੈ ਉਹਨੂੰ 25 ਪੰਨੇ ਦੀ ਇੱਕ ਰਿਪੋਰਟ ਥਾਣੇ ਵਿੱਚ ਦਰਜ ਕਰਾਈ ਹੈਗੀ ਆ, ਜਿਸ 'ਚ ਉਹਨੇ ਆਪਣਾ ਪੂਰਾ ਬਿਆਨ ਦਰਜ ਕੀਤਾ ਹੈਗਾ। ਉਹ ਕਹਿੰਦੀ ਹੈ ਮੈਂ 5 ਵਾਰ ਥਾਣੇ ਜਾ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੀ ਹੈਗੀ ਆ, ਬਟ ਸਿਰਫ ਮੈਂ ਉਹਨੂੰ ਉਹ ਮਹਿਲਾ ਕੋਚ ਕਹਿ ਰਹੀ ਹੈ ਕਿ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਆਰੋਪੀ ਹੈਗੀ ਆ, ਮੈਂ ਕੋਈ ਕ੍ਰਾਈਮ ਕੀਤਾ ਹੈਗਾ, ਮੈਂ ਇੰਨਾ ਹਰਾਸਮੈਂਟ ਹੋ ਰਹੀ ਆ, ਮੈਨੂੰ ਬਾਰ-ਬਾਰ ਥਾਣੇ ਬੁਲਾਇਆ ਜਾ ਰਿਹਾ, ਮੈਨੂੰ ਲੱਗ ਨਹੀਂ ਰਿਹਾ ਕਿ ਮੈਂ ਅਪੀਲ ਕਰ ਰਹੀ ਜਾਂ ਮੇਰੇ ਤੇ ਆਰੋਪ ਲੱਗੇ ਹੋਏ ਆ। ਉਹ ਕਹਿੰਦੀ ਮੇਰੀ ਹੁਣ ਫੀਲਿੰਗ ਇਦਾਂ ਦੀ ਹੋ ਗਈ ਕਿ ਸ਼ਾਇਦ ਮੈਂ ਹੀ ਆਰੋਪ ਕੀਤਾ, ਮੈਂ ਹੀ ਕੋਈ ਗਲਤੀ ਕੀਤੀ ਹੈ ਕਿ ਇੱਥੇ ਥਾਣੇ ਆ ਕੇ ਮੈਂ ਹੀ ਸਾਰੀ ਹਾਜ਼ਰੀ ਭਰ ਰਹੀ ਹਾਂ। ਤਾਂ ਜੇ ਜੁਰਮ ਕੀਤਾ ਹੈਗਾ, ਜੇ ਤੇ ਕੇਸ ਹੋਣਾ ਚਾਹੀਦਾ, ਉਹ ਆਰਾਮ ਨਾਲ ਘਰ ਬੈਠਿਆ, ਤਾਂ ਪੁਲਿਸ ਉਹਦੇ ਘਰ ਜਾ ਕੇ ਉਹ ਸਾਰੀ ਕਾਰਵਾਈ ਕਰ ਰਹੀ ਹੈ। ਸੰਦੀਪ ਸਿੰਘ ਸ਼ੁਰੂ ਤੋਂ ਹੀ ਤਕਰੀਬਨ ਜਦੋਂ ਇਹ ਇੰਟਰਨੈਸ਼ਨਲ ਖਿਡਾਰੀ ਹੋਇਆ ਕਰਦੇ ਸੀਗੇ, ਹਾਲਾਂਕਿ ਇਹ ਫਲਿਕਰ ਸਿੰਘ ਵੀ ਇਹਨਾਂ ਨੂੰ ਕਿਹਾ ਜਾਂਦਾ, ਇਹ ਬਹੁਤ ਵਧੀਆ ਇਹਨਾਂ ਦੀ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸਪੋਰਟਸ ਦੇ ਮੈਦਾਨ ਦੇ ਵਿੱਚ ਵੀ ਅਜਿਹੀਆਂ ਸੀਗੀਆਂ ਜਿਨ੍ਹਾਂ ਨੇ ਸੰਦੀਪ ਸਿੰਘ ਨੂੰ ਇੱਕ ਵੱਖਰੀ ਪਛਾਣ ਦਿੱਤੀ ਹੈ। ਲੇਕਿਨ ਸੰਦੀਪ ਸਿੰਘ ਜਦੋਂ ਸਿਆਸਤ ਨਾਲ ਜੁੜਦੇ ਹੈ, ਸਿਆਸਤ ਨਾਲ ਜੁੜਨ ਤੋਂ ਬਾਅਦ ਇਲੈਕਸ਼ਨ ਲੜਦੇ ਹੈ, ਇਲੈਕਸ਼ਨ ਲੜਨ ਤੋਂ ਬਾਅਦ ਬਕਾਇਦਾ ਪਹਿਲੀ ਵਾਰੀ ਹੀ ਇਲੈਕਸ਼ਨ ਜਿੱਤ ਕੇ ਔਰ ਕੈਬਨਿਟ ਦੇ ਵਿੱਚ ਵੀ ਸ਼ਾਮਲ ਹੋ ਜਾਂਦੇ ਨੇ। ਤੇ ਕਿਤੇ ਇਹ ਜਿਹੜਾ ਸਾਰਾ ਮਸਲਾ ਜਿਹੜਾ ਸਾਰਾ ਮਾਹੌਲ ਜਿਹੜਾ ਆ ਉਹ, ਕਿਉਂਕਿ ਜਿਹੜੀ ਸਰਕਾਰ ਹੈ ਖੱਟਰ ਸਰਕਾਰ ਹੈ ਜਿਹੜੀ, ਉਹ ਇਹੀ ਗੱਲ ਕਹਿ ਰਹੀ ਹੈ ਕਿ ਜਿਹੜੇ ਆਰੋਪ ਹੈਗੇ, ਆਰੋਪ ਤਾਂ ਤੁਸੀਂ ਕਿਸੇ ਤੇ ਵੀ ਲਗਾ ਸਕਦੇ ਹੋ, ਲੇਕਿਨ ਆਰੋਪ ਜਦ ਤੱਕ ਸਾਬਿਤ ਨਹੀਂ ਹੁੰਦੇ, ਜਦ ਤੱਕ ਕੋਈ ਸਾਹਮਣੇ ਵਾਲਾ ਬੰਦਾ ਮੁਜਰਮ ਨਹੀਂ ਹੋ ਸਕਦਾ, ਹੋ ਜਾਂਦਾ। ਤੇ ਜਿਹੜਾ ਇਸ ਟਾਈਪ ਦੇ ਜਿਹੜੇ ਸੀਐਮ ਦੇ ਬਿਆਨ ਹੈ, ਉਹ ਕਹਿ ਰਹੇ ਕਿ ਸੀਐਮ ਮਨੋਹਰ ਲਾਲ ਦਾ ਜਿਹੜਾ ਬਿਆਨ ਹੈ ਨਾ, ਉਹ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਵਾ। ਇਹ ਪੀੜਤ ਪੱਖ ਦਾ ਕਹਿਣਾ ਹੈਗਾ ਕਿ ਜੇ ਇਸ ਤਰ੍ਹਾਂ ਦਾ ਬਿਆਨ ਸੀਐਮ ਦੇਣਗੇ ਤੇ ਉਹ ਜਾਂਚ ਨੂੰ ਪ੍ਰਭਾਵਿਤ ਕਰੇਗਾ। ਦੇਖੋ ਜੀ, ਅਗਰ ਉਹ ਜਿਹੜੀ ਆਰੋਪੀ ਮਹਿਲਾ ਹੈ ਅਗਰ ਕਹਿ ਰਹੀ ਹੈ ਕਿ ਸੀਐਮ ਮਨੋਹਰ ਲਾਲ ਦਾ ਜਿਹੜਾ ਬਿਆਨ ਹੈਗਾ ਉਹ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਹੈ, ਤਾਂ ਉਹਦਾ ਕਹਿਣ ਦਾ ਵੀ ਇੱਕ ਮਕਸਦ ਹੈਗਾ। ਕਿਉਂਕਿ ਜੇ ਅਸੀਂ ਸੀਐਮ ਦਾ ਜਿਹੜਾ ਬਿਆਨ ਹੈਗਾ ਅਗਰ ਉਹ ਸੁਣੀਏ ਤਾਂ ਉਹਨਾਂ ਦੇ ਜਿਹੜੀ ਪਹਿਲਾ ਸ਼ਬਦ ਸੀਗੇ ਉਹ 'ਚ ਉਹ ਕਹਿੰਦੇ ਹੈਗੇ ਕਿ ਮਹਿਲਾ ਅਨਗਰਲ ਆਰੋਪ ਲਗਾ ਰਹੀ ਹੈ। ਸਿਰਫ ਆਰੋਪ ਲਗਾਉਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ, ਅਸੀਂ ਇਸ ਦੀ ਜਾਂਚ ਕਰਾਂਗੇ, ਉਹਦੇ ਬਾਅਦ ਇਹਦੀ ਕਾਰਵਾਈ ਕਰਾਂਗੇ। ਜਦਕਿ ਇੰਨੇ ਵੱਡੇ ਪਦ ਤੇ ਹੋ ਕੇ ਬੈਠ ਕੇ ਮੰਤਰੀ ਜੀ ਨੂੰ ਇਦਾਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਸੀ, ਉਹਨਾਂ ਨੂੰ ਇੱਕ ਸੌਫਟ ਪੱਖ ਰੱਖਣਾ ਚਾਹੀਦਾ ਸੀ ਕਿ ਹਾਂ ਜੋ ਵੀ ਮਾਹੌਲ ਹੈਗਾ ਹਰੇਕ ਦੀ ਗੱਲ ਸੁਣੀ ਜਾਊਗੀ, ਉਹਦੇ ਬਾਅਦ ਅਸੀਂ ਕਰਾਂਗੇ। ਨਾ ਕਿ ਇਹ ਤੁਸੀਂ ਪਹਿਲਾਂ ਹੀ ਕਹਿ ਦਿਓ ਕਿ ਇਹ ਜੋ ਬੰਦਾ ਇਹ ਕਹਿ ਰਿਹਾ ਹੈਗਾ ਇਹ ਗਲਤ ਹੈਗਾ, ਇਹ ਕੁਝ ਵੀ ਬਕੇ ਜਾ ਰਿਹਾ ਹੈਗਾ, ਅਸੀਂ ਇਹਦੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਦੇ। ਉਹ ਗੱਲਾਂ ਤਾਂ ਜੇ ਕੋਈ ਦੇਖੋ, ਜੇ ਕਿਤੇ ਧੂਆਂ ਵੀ ਉੱਠ ਰਿਹਾ ਤਾਂ ਕਿਤੇ ਅੱਗ ਲੱਗੀ ਹੋਗੀ ਤਾਂ ਹੀ ਧੂਆਂ ਉੱਠ ਕੇ ਬਾਹਰ ਆਇਆ ਹੈਗਾ। ਇਦਾਂ ਤਾਂ ਹੈ ਨਹੀਂ ਕਿ ਕੁੜੀ ਇੱਕਦਮ ਅਚਾਨਕ ਉੱਠ ਕੇ ਆ ਗਈ ਕਿ ਜੇ ਮੇਰੇ ਤੇ ਇਦਾਂ ਲੱਗੇ, ਕੋਈ ਨਾ ਕੋਈ ਤਾਂ ਐਵੀਡੈਂਸ ਹੋਣਗੇ ਉਹਦੇ ਕੋਲ, ਜਿਸ ਕਰਕੇ ਉਹ ਸ਼ਿਕਾਇਤ ਲੈ ਕੇ ਆਈ ਹੈ। ਬਿਨਾਂ ਐਵੀਡੈਂਸ ਦੇ ਉਹ ਇੰਨਾ ਵੱਡਾ ਇਲਜ਼ਾਮ ਉਹ ਵੀ ਲਗਾ ਨਹੀਂ ਸਕਦੀ ਸੀ। ਤੇ ਇਸ ਕਰਕੇ ਜਿਹੜੇ ਮੰਤਰੀ ਹੈਗੇ, ਸੀਐਮ ਸਾਹਿਬ ਹੈਗੇ, ਉਹਨਾਂ ਨੂੰ ਆਪਣੇ ਬਿਆਨਬਾਜ਼ੀ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਕਿ ਇਦਾਂ ਦੇ ਬਿਆਨ ਨਾ ਦੇਣ ਕਿ ਉਹ ਜਿਹੜੇ ਉਹਨਾਂ ਦੇ ਹੀ ਖਿਲਾਫ ਇਹ ਅੱਗੇ ਜਾ ਕੇ ਇਸਤੇਮਾਲ ਹੋ ਜਾਣ। ਜੂਨੀਅਰ ਮਹਿਲਾ ਕੋਚ ਜਿਹੜੀ ਹੈਗੀ ਉਸਨੇ ਇੱਕ ਹੋਰ ਸੰਗੀਨ ਆਰੋਪ ਲਗਾਇਆ ਸਰਕਾਰ ਦੇ ਉੱਪਰ। ਉਹਨੇ ਇਹ ਕਿਹਾ ਕਿ ਉਸ ਨੂੰ ਬਕਾਇਦਾ ਲਾਲਚ ਦਿੱਤੇ ਜਾ ਰਹੇ ਆ, ਪੈਸਿਆਂ ਦੇ ਲਾਲਚ ਦਿੱਤੇ ਜਾ ਰਹੇ ਆ, ਉਹਨੂੰ ਇੱਥੋਂ
ਵਿਦੇਸ਼ ਜਾਣ ਦੇ ਲਾਲਚ ਦਿੱਤੇ ਜਾ ਰਹੇ ਕਿ ਤੂੰ ਵਿਦੇਸ਼ ਕਿਤੇ ਤੇ ਚੱਲ ਜਾ, ਮਹੀਨਾ ਕੁ ਬਾਅਦ ਜਦੋਂ ਮਾਮਲਾ ਠੰਡਾ ਹੋ ਜਾਏਗਾ ਉਦੋਂ ਵਾਪਸ ਆ ਜਾਈਂ, ਤੈਨੂੰ ਅਸੀਂ ਕਰੋੜ ਰੁਪਈਆ ਦਿੰਦੇ ਆ, ਤੇ ਜਦੋਂ ਵਾਪਸ ਆਏਂਗੀ ਉਦੋਂ ਵੀ ਤੈਨੂੰ ਅਸੀਂ ਪੈਸੇ ਦੇਵਾਂਗੇ। ਇਹ ਉਸ ਤੋਂ ਬਾਅਦ ਲਾਏ ਹੈ ਲੜਕੀ ਨੇ, ਜਦੋਂ ਸੀਐਮ ਬਿਆਨ ਦੇ ਦਿੰਦੇ, ਉਸ ਤੋਂ ਬਾਅਦ ਇਹ ਮਹਿਲਾ ਕੋਚ ਜਿਹੜੀ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਜੀ ਮੈਨੂੰ ਆਫਰ ਵੀ ਦਿੱਤੇ ਜਾ ਰਹੇ ਨੇ। ਇਸ ਮਾਮਲੇ ਵਿੱਚ ਜਿਹੜੇ ਪੀੜਿਤਾ ਦੇ ਵਕੀਲ ਹੈਗੇ ਉਹਨਾਂ ਨੇ ਪੁਲਿਸ ਵਿੱਚ ਕੁਝ ਸਬੂਤ ਵੀ ਪੇਸ਼ ਕੀਤੇ ਹੈਗੇ, ਜਿਹ 'ਚ ਇਸ ਗੱਲ ਬਾਰੇ ਵੀ ਦੱਸਿਆ ਗਿਆ ਹੈਗਾ ਕਿ ਇੱਦਾਂ ਦੇ ਉਹਨਾਂ ਨੂੰ ਕਾਲਾਂ ਆ ਰਹੀਆਂ ਹੈਗੀਆਂ ਜਾਂ ਆਫਰ ਆ ਰਹੇ ਹੈਗੇ ਜਾਂ ਧਮਕਾਇਆ ਜਾ ਰਿਹਾ ਹੈਗਾ। ਤਾਂ ਇਹ ਸਾਰਾ ਜਾਂਚ ਦਾ ਵਿਸ਼ੇ ਹੈਗਾ ਕਿ ਕੌਣ ਧਮਕੀਆਂ ਦੇ ਰਿਹਾ, ਕੌਣ ਲਾਲਚ ਦੇ ਰਿਹਾ, ਕੌਣ ਇਸ ਜਿਹੜਾ ਕੇਸ ਹੈਗਾ ਇਹਨੂੰ ਮੋੜ ਕੇ ਕਿਸੇ ਹੋਰ ਦਿਸ਼ਾ 'ਚ ਲੈ ਕੇ ਜਾਣਾ ਚਾਹੁੰਦਾ ਜਾਂ ਉਹ ਡਰਾ ਧਮਕਾ ਕੇ ਇਸ ਕੇਸ ਨੂੰ ਦਬਾਉਣਾ ਚਾਹੁੰਦਾ ਹੈਗਾ। ਤਾਂ ਇਹ ਰਿਪੋਰਟ ਪੁਲਿਸ ਵਿੱਚ ਦਰਜ ਕਰ ਦਿੱਤੀ ਗਈ ਹੈ ਤੇ ਫਿਲਹਾਲ ਕਾਰਵਾਈ ਦਾ ਵਿਸ਼ੇ ਹੈਗਾ, ਇਹ ਚੱਲਦਾ ਪਿਆ ਹੈਗਾ। ਤਾਂ ਇਹ ਰਿਪੋਰਟ ਹੋ ਚੁੱਕੀ ਹੈ ਪੁਲਿਸ ਵਿੱਚ ਦਰਜ। ਨਹੀਂ, ਜਿਹੜੀ ਮਹਿਲਾ ਹੈਗੀ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਨਾ ਦੀਪਾਂਸ਼ੂ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸੰਦੀਪ ਸਿੰਘ ਤੇ ਕੋਈ ਬਹੁਤਾ ਜ਼ਿਆਦਾ ਦਬਾਅ ਜਿਹੜਾ ਹੈ ਨਹੀਂ ਬਣਾਇਆ ਜਾ ਰਿਹਾ, ਬਹੁਤ ਜ਼ਿਆਦਾ ਦਬਾਅ ਨਹੀਂ ਬਣਾਇਆ ਜਾ ਰਿਹਾ, ਜਦਕਿ ਉਹ ਆਰੋਪੀ ਨੇ, ਉਹਨਾਂ ਤੇ ਹੀ ਦਬਾਅ ਬਣਨਾ ਚਾਹੀਦਾ, ਜਦਕਿ ਦਬਾਅ ਜਿਹੜਾ ਹੈਗਾ ਉਹ ਸ਼ਿਕਾਇਤ ਕਰਨ ਵਾਲੀ ਲੜਕੀ ਤੇ ਬਣਾਇਆ ਜਾ ਰਿਹਾ। ਇਹ ਆਖਿਰ ਅਜਿਹਾ ਜਦੋਂ ਜਿੱਥੇ ਸਰਕਾਰ, ਪੁਲਿਸ, ਮੀਡੀਆ ਇਹ ਸਭ ਇਕੱਠੇ ਹੋ ਗਏ ਹੈ, ਜੇ ਮਤਲਬ ਇਹਨਾਂ ਸਾਰਿਆਂ ਦੇ ਧਿਆਨ ਦੇ ਵਿੱਚ ਇਹ ਗੱਲ ਹੈਗੀ, ਫਿਰ ਇਹ ਕਿਸ ਤਰ੍ਹਾਂ ਇੱਦਾਂ ਹੋ ਸਕਦਾ ਹੈ ਕਿ ਸੰਦੀਪ ਸਿੰਘ ਤੇ ਕੋਈ ਦਬਾਅ ਨਹੀਂ ਬਣਾਇਆ ਜਾ ਰਿਹਾ? ਇਹਦਾ ਰੀਜ਼ਨ ਇਹ ਹੈਗਾ ਕਿ ਜੋ ਮਹਿਲਾ ਕੋਚ ਆਰੋਪੀ ਹੈਗੀ ਆ ਉਹਦੇ ਘਰ 3-4 ਵਾਰ ਹਰਿਆਣਾ ਪੁਲਿਸ ਆ ਚੁੱਕੀ ਹੈਗੀ ਹੈ, ਜਦਕਿ ਹਰਿਆਣਾ ਪੁਲਿਸ ਜਿਹੜਾ ਆਰੋਪੀ ਹੈ ਉਹਦੇ ਘਰ ਜਾ ਕੇ ਪੁੱਛਗਿੱਛ ਕਰਨੀ ਚਾਹੀਦੀ, ਨਾ ਕਿ ਜਿਹੜਾ ਆਪਣੇ ਕੋਈ ਬਿਆਨ ਦਰਜ ਕਰਾਇਆ ਉਹਦੇ ਖਿਲਾਫ। ਤਾਂ ਇਹ ਗੱਲ ਥੋੜੀ ਜਿਹੀ ਬੜੀ ਵਿਪਰੀਤ ਜਿਹੀ ਲੱਗਦੀ ਹੈਗੀ ਹੈ। ਤਾਂ ਦੂਜੇ ਪਾਸੇ ਨੂੰ ਚਲੇ ਜਾਂਦੀ ਹੈਗੀ ਹੈ ਕਿ ਜਿਹੜਾ ਪੀੜਿਤ ਹੈਗਾ ਉਹਦੇ ਘਰ ਬਾਰ-ਬਾਰ ਪੁਲਿਸ ਕੀ ਪੁੱਛਣ ਆ ਰਹੀ, ਉਹ ਤਾਂ ਆਪਣੇ ਬਿਆਨ ਦੇ ਚੁੱਕੀ ਹੈ ਕਿ ਮੇਰੇ ਨਾਲ ਇਹ ਸਭ ਕੁਝ ਹੋ ਚੁੱਕਿਆ। ਹੁਣ ਜਿਹੜੀ ਅੱਗੇ ਦੀ ਤੁਸੀਂ ਪੁਲਿਸ ਨੇ ਕਾਰਵਾਈ ਕਰਨੀ, ਉਹ ਤਾਂ ਆਰੋਪੀ ਕੋਲ ਜਾ ਕੇ ਪੁੱਛਣਾ ਚਾਹੀਦਾ ਕਿ ਤੁਸੀਂ ਕੀਤੀ ਜਾਂ ਨਹੀਂ ਕੀਤੀ ਜਾਂ ਜੋ ਵੀ ਹੈਗਾ। ਬਟ ਉਹਦੇ ਕੋਲ ਉਹ ਇੰਨੀ ਪੁੱਛਗਿੱਛ ਸੰਦੀਪ ਸਿੰਘ ਦੇ ਨਾਲ ਨਹੀਂ ਹੋ ਰਹੀ ਜਿੰਨੀ ਆਰੋਪੀ ਜਿਹੜੀ ਮਹਿਲਾ ਕੋਚ ਹੈ ਉਹਦੇ ਨਾਲ ਪੁੱਛਗਿੱਛ ਜ਼ਿਆਦਾ ਹੋ ਰਹੀ ਹੈ। ਇਸ ਕਰਕੇ ਚੀਜ਼ਾਂ ਸਾਰੀਆਂ ਉੱਠ ਕੇ ਬਾਹਰ ਆ ਰਹੀਆਂ ਹੈਗੀਆਂ। ਜਿਹੜੀ ਕੋਚ ਹੈ, ਜਿਹੜੇ ਆਰੋਪ ਲਗਾਉਣ ਵਾਲੀ ਲੜਕੀ ਹੈ ਜਿਹੜੀ, ਉਸਨੇ ਇਹ ਵੀ ਗੱਲ ਕਹੀ ਹੈ ਕਿ ਇੱਕ ਪਾਸੇ ਜਿੱਥੇ ਮੈਨੂੰ ਲਾਲਚ ਦਿੱਤੇ ਜਾ ਰਹੇ, ਲੇਕਿਨ ਦੂਜੇ ਪਾਸੇ ਉਹ ਇਹ ਵੀ ਕਹਿ ਰਹੀ ਹੈ ਕਿ ਜੀ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਨੇ। ਲੇਕਿਨ ਉਸਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਉਸ ਲੜਕੀ ਨੇ ਕਿ ਮੈਨੂੰ ਧਮਕੀਆਂ ਦਾ ਕੋਈ ਡਰ ਨਹੀਂ ਹੈਗਾ, ਨਾ ਹੀ ਮੈਂ ਡਰਦੀ ਹਾਂ, ਮੈਂ ਧੁਰ ਤੱਕ ਲੜਨ ਵਾਲੀ ਕੁੜੀ ਹਾਂ। ਔਰ ਕਹਿੰਦੀ ਕਿ ਇਹਦੇ ਲਈ ਮੈਂ ਆਪਣੇ ਜਿਹੜੇ ਕੁਝ ਉਹਦੇ ਸਾਥੀ ਖਿਡਾਰੀ ਹੈਗੇ ਜਿਹੜੇ ਹੈਗੇ ਜਾਂ ਡਿਪਾਰਟਮੈਂਟ ਦੇ ਕੁਝ ਲੋਕ ਜਿਹੜੇ ਹੈਗੇ ਆ ਉਹ ਉਹਦੇ ਨਾਲ ਖੜੇ ਨੇ, ਤੇ ਉਹ ਕਹਿੰਦੀ ਵੀ ਕਿ ਜੇ ਮੈਨੂੰ ਧੁਰ ਤੱਕ ਜਾਣਾ ਪਏਗਾ ਤਾਂ ਮੈਂ ਜਾਊਂਗੀ। ਇਹ 'ਚ ਜਿਹੜੇ ਆਪਣੀ ਮਹਿਲਾ ਕੋਚ ਹੈਗੀ ਉਹ ਸਾਫ਼ ਇਨਕਾਰ ਕਰਤਾ ਹੈ ਕਿ ਮੈਂ ਹਰਿਆਣਾ ਪੁਲਿਸ ਦੇ ਨਾਲ ਕੋਈ ਵੀ ਸਹਿਯੋਗ ਨਹੀਂ ਕਰਨਾ ਚਾਹੁੰਦੀ, ਮੈਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ। ਮੈਨੂੰ ਚੰਡੀਗੜ੍ਹ ਪੁਲਿਸ ਦੇ ਉੱਤੇ ਪੂਰਾ ਭਰੋਸਾ ਹੈਗਾ। ਉਹਨਾਂ ਦੀ ਜੋ ਵੀ ਜਾਂਚ ਕਮੇਟੀ ਬੈਠੂਗੀ ਮੈਂ ਉਹਨਾਂ ਨੂੰ ਪੂਰਾ ਸਪੋਰਟ ਕਰਨ ਨੂੰ ਤਿਆਰ ਹਾਂ। ਜਿੱਦਾਂ ਉਹ ਕਹਿਣਗੇ ਜੋ ਕੁਝ ਵੀ ਹੈਗਾ ਸਾਰਾ ਕੁਝ ਮੈਂ ਉਹਨਾਂ ਨਾਲ ਆਪਣਾ ਪੂਰਾ ਵਾਕਿਆ ਸਪਸ਼ਟ ਕਰਨਾ, ਔਰ ਸਾਰੇ ਜਿੰਨੇ ਵੀ ਸਬੂਤ ਹੈ ਮੈਂ ਚੰਡੀਗੜ੍ਹ ਪੁਲਿਸ ਨੂੰ ਦਊਂਗੀ। ਕਹਿੰਦੀ ਮੈਨੂੰ ਪੂਰਾ ਕਾਨੂੰਨ ਤੇ ਪੂਰਾ ਭਰੋਸਾ ਹੈਗਾ ਕਿ ਉਹ ਜੋ ਵੀ ਕਰਨਗੇ ਸਹੀ ਕਰਨਗੇ। ਔਰ ਇਸ ਲਈ ਜਿਹੜੀ ਮਹਿਲਾ ਕੋਚ ਹੈਗੀ ਆ ਉਹ ਆਪਣੇ ਜਿਹੜੇ ਸਰਕਾਰੀ ਜਿਹੜਾ ਕੰਮ ਕਰਦੀ ਹੈ 10 ਦਿਨ ਦੀ ਉਹਨ ਛੁੱਟੀਆਂ ਵੀ ਲਈਆਂ ਸਪੈਸ਼ਲ ਐਪਲੀਕੇਸ਼ਨ ਦੇ ਕੇ, ਔਰ ਉਹ ਮਨਜ਼ੂਰ ਹੋ ਗਿਆ। ਤਾਂ ਉਹ 'ਚ ਉਹਨ ਰਿਕੁਐਸਟ ਕੀਤੀ ਹੈ ਕਿ ਇਹ 10 ਦਿਨ ਮੈਨੂੰ ਜਿਹੜਾ ਆਪਣੀ ਜਾਂਚ ਸਹਿਯੋਗ ਪੁਲਿਸ ਨੂੰ ਦੇਣ ਵਾਸਤੇ ਮੈਨੂੰ ਕੁਝ ਛੁੱਟੀ ਚਾਹੀਦੀ ਹੈ, ਮੇਰਾ ਆਤਮ ਸਨਮਾਨ ਦਾ ਮਾਮਲਾ ਹੈਗਾ। ਤਾਂ ਇਸ ਕਰਕੇ ਮੈਨੂੰ ਕਈ ਚੀਜ਼ਾਂ ਹੈਗੀਆਂ ਤਾਂ ਮੈਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਕਿ ਮੈਂ ਆਪਣਾ ਮਾਮਲਾ ਚੰਗੀ ਤਰ੍ਹਾਂ ਪੇਸ਼ ਕਰ ਸਕਾਂ ਪੁਲਿਸ ਦੇ ਸਾਹਮਣੇ। ਜੋ ਹਜੇ ਤੱਕ ਜਦੋਂ ਇਹ ਲੜਕੀ ਪੁਲਿਸ ਦੇ ਸਾਹਮਣੇ ਪੇਸ਼ ਹੁੰਦੀ ਰਹੀ, ਇੱਕ ਥਾਣੇ ਦੇ ਵਿੱਚ ਇਹਦੇ ਨਾਲ ਪੁੱਛਗਿੱਛ ਹੋਈ ਹੈ, ਅਦਾਲਤ ਦੇ ਮੈਜਿਸਟ੍ਰੇਟ ਦੇ ਸਾਹਮਣੇ ਪੁੱਛਗਿੱਛ ਹੋਈ ਹੈ, ਤੇ ਉਸ ਦੌਰਾਨ ਇਹ ਛੁੱਟੀ ਤਾਂ ਨਹੀਂ ਸੀ? ਨਹੀਂ, ਜਦੋਂ ਕੇਸ ਰਜਿਸਟਰਡ ਹੋਇਆ ਹੈਗਾ 26 ਤਾਰੀਖ ਨੂੰ ਜਦੋਂ ਇਨ ਕਾਨਫਰੰਸ ਕੀਤੀ ਹੈ ਉਸ ਲਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ। ਇਹ 1 ਤਾਰੀਖ ਦੇ ਬਾਅਦ ਹੈਗਾ, ਕਿਉਂਕਿ ਜਦੋਂ ਆਫੀਸ਼ੀਅਲੀ ਇਹ ਸਾਰਾ ਕੇਸ ਹੋ ਗਿਆ ਔਰ ਕਈ ਚੀਜ਼ਾਂ ਸ਼ੁਰੂ ਹੋ ਗਈਆਂ ਤਾਂ ਉਸ ਲਈ ਦਰਖਾਸਤ ਦਿੱਤੀ ਹੈ ਕਿ ਮੈਨੂੰ 10 ਦਿਨ ਦੀ ਛੁੱਟੀ ਚਾਹੀਦੀ ਹੈ ਕਿ ਇਸ ਕੇਸ ਨੂੰ ਮੈਂ ਪ੍ਰੋਪਰਲੀ ਪੁਲਿਸ ਨਾਲ ਆਪਣੇ ਜੋ ਵੀ ਹੈਗੇ ਉਹਨਾਂ ਦੀ ਸਹਿਯੋਗ ਕਰ ਸਕਾਂ ਇਸ ਵਿੱਚ। ਤੌਰ ਇਹਦੇ ਵਿੱਚ ਇੱਕ ਹੋਰ ਵੱਡੀ ਜੋ ਗੱਲਬਾਤ ਨਿਕਲ ਕੇ ਬਾਹਰ ਆ ਰਹੀ ਹੈਗੀ ਹੈ ਕਿ 1 ਤਾਰੀਖ ਨੂੰ ਜਦੋਂ ਇਹ ਕੇਸ ਰਜਿਸਟਰ ਹੋਇਆ ਤਾਂ ਸੰਦੀਪ ਸਿੰਘ ਨੂੰ ਪਹਿਲੇ ਦਿਨ ਹੀ ਆਪਣੇ ਪੋਸਟ ਤੋਂ ਇਸਤੀਫਾ ਦੇਣਾ ਚਾਹੀਦਾ ਸੀ। ਉਹ ਅੜ ਗਏ, ਉਹ ਕਹਿੰਦੇ ਮੈਂ ਇਸਤੀਫਾ ਨਹੀਂ ਦੇਣਾ, ਮੈਂ ਜਾਂਚ ਕਰਾਉਣਾ ਚਾਹੁੰਦਾ ਹੈਗਾ। ਉਹਦੇ ਬਾਅਦ ਜਦੋਂ ਪੁਲਿਸ ਨੇ ਪੂਰੀ ਕਾਰਵਾਈ ਕਰਨੀ ਸ਼ੁਰੂ ਕਰਤੀ 28 29 ਤਾਰੀਖ ਨੂੰ ਜੋ ਐਵੀਡੈਂਸ ਚਾਹੀਦੇ ਸੀ ਇਕੱਠੇ ਕੀਤੇ, 1 ਤਾਰੀਖ ਨੂੰ ਉਹਨਾਂ ਨੇ ਜਦੋਂ ਕੇਸ ਰਜਿਸਟਰ ਕਰ ਲਿਆ ਤਾਂ ਸੰਦੀਪ ਸਿੰਘ ਨੂੰ ਲੱਗਿਆ ਹੁਣ ਤਾਂ ਮੈਂ ਫਸ ਗਿਆ ਹੈਗਾ, ਮੇਰੇ ਤੇ FIR ਦਰਜ ਹੋ ਗਈ ਆ। 1 ਤਾਰੀਖ ਨੂੰ ਉਹ CM ਖੱਟਰ ਸਾਹਿਬ ਦੇ ਕੋਲ ਚਲੇ ਗਏ ਹੈਗੇ, ਆਪਣਾ ਪਦ
ਰਿਜ਼ਾਈਨ ਕਰਨ ਵਾਸਤੇ ਖੇਲ ਮੰਤਰੀ ਦਾ। ਬਟ ਇਹ 'ਚ ਵੀ ਵੱਡੀ ਗੱਲ ਹੈ ਕਿ ਉਹਨਾਂ ਨੇ ਸਿਰਫ ਹੱਲੇ ਜਿਹੜਾ ਆਪਣਾ ਖੇਲ ਵਾਲਾ ਪਦ ਆ ਉਹ ਛੱਡਿਆ ਹੈਗਾ, ਆਪਣੀ ਜਿਹੜੀ ਮੰਤਰੀ ਦੀ ਪੋਸਟ ਆ ਉਹ ਤੋਂ ਇਸਤੀਫਾ ਹੱਲੇ ਨਹੀਂ ਦਿੱਤਾ ਹੈਗਾ। ਨਹੀਂ, ਜਿਹਦੇ ਇਧਰੋਂ ਸੀਐਮ ਖੱਟਰ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੇ ਬਿਆਨ ਦਿੱਤੇ ਉਹਨਾਂ 'ਚ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਜਾਂਚ ਜਿਹੜੀ ਹੈ ਉਹ ਜਾਂਚ ਤੇ ਕੋਈ ਸਵਾਲ ਨਾ ਉੱਠੇ, ਇਸ ਕਰਕੇ ਜਿਹੜਾ ਇਹਨਾਂ ਤੋਂ ਖੇਲ ਵਿਭਾਗ ਅਸੀਂ ਵਾਪਸ ਲੈ ਰਹੇ ਹਾਂ, ਖੇਲ ਵਿਭਾਗ ਤੋਂ ਹਟਾਇਆ ਜਾ ਰਿਹਾ। ਉਹ ਤਾਂ ਹੁਣ ਇਹਨਾਂ ਨੂੰ ਲੈਣਾ ਸੀਗਾ ਕਿਉਂਕਿ ਐਫਆਈਆਰ ਦਰਜ ਹੋ ਗਈ, ਇੰਨਾ ਐਲੀਗੇਸ਼ਨ ਲੱਗ ਚੁੱਕੇ ਹੈਗੇ ਆ, ਉਹ ਇਸ ਤੋਂ ਬਚ ਨਹੀਂ ਸਕਦੇ। ਇਸ ਤੋਂ ਪਹਿਲਾਂ ਜਿਹੜੀ ਦੂਜੀਆਂ ਪਾਰਟੀਆਂ ਇਹਨਾਂ ਤੇ ਸਵਾਲ ਉਠਣ, ਉਹ ਤਾਂ ਇਹਨਾਂ ਨੂੰ ਚੱਕਣਾ ਹੀ ਸੀਗਾ। ਜੋ ਥੋੜਾ ਜਿਹਾ ਕਦਮ ਲੇਟ ਚੱਕਣਾ ਸੀ, ਉਹ ਜਦੋਂ ਵੀ ਚੱਕਿਆ ਹੈਗਾ ਉਹ ਮਜਬੂਰੀ ਸੀ, ਇਹਨਾਂ ਨੂੰ ਚੱਕਣਾ ਹੀ ਤੋਂ ਬਚ ਨਹੀਂ ਸਕਦੇ ਸੀ, ਕਿਉਂਕਿ ਉਹ ਇਸਤੀਫਾ ਤਾਂ ਇਹਨਾਂ ਨੂੰ ਦੇਣਾ ਹੀ ਪੈਣਾ ਸੀ ਆਪਣੀ ਪੋਸਟ ਤੋਂ ਫਿਲਹਾਲ। ਜੋ ਪੀੜਿਤ ਪਕਸ਼ ਹੈਗੀ ਆ ਉਹਨਾਂ ਦੇ ਵੱਲੋਂ ਡਿਮਾਂਡ ਹੈਗੀ ਹੈ ਕਿ ਇਹਨਾਂ ਨੂੰ ਹਰੇਕ ਪਦ ਤੋਂ ਆਪਣਾ ਇਸਤੀਫਾ ਦੇਣਾ ਚਾਹੀਦਾ, ਕਿਉਂਕਿ ਇਹ ਗਲਤ ਕੰਮ ਕਰ ਰਹੇ ਆ, ਇਨਵੋਲਵ ਹੈਗੇ ਆ ਤੇ ਇਸ ਪਦ ਤੇ ਬੈਠਣ ਲਾਇਕ ਨਹੀਂ ਹੈਗੇ ਸੰਦੀਪ ਸਿੰਘ, ਤੇ ਇਹਨਾਂ ਤੋਂ ਸਾਰੇ ਪਦ ਜਿਹੜੇ ਹੈਗੇ ਛਿਨ ਲੈਣੇ ਚਾਹੀਦੇ ਹੈਗੇ ਆ। ਉਹ ਜਿਹੜੀ ਆਰੋਪ ਲਾਉਣ ਵਾਲੀ ਮਹਿਲਾ ਹੈ, ਜਿਹੜੀ ਕੋਚ ਹੈਗੀ ਹੈ, ਜੂਨੀਅਰ ਕੋਚ, ਉਹਨੇ ਇਹ ਵੀ ਕਿਹਾ ਕਿ ਇਹਨਾਂ ਨੇ ਸਿਰਫ ਖੇਲ ਵਿਭਾਗ ਛੱਡਿਆ, ਕਿਉਂਕਿ ਪੋਰਟਫੋਲੀਓ ਦੇ ਵਿੱਚ ਹੋਰ ਵਿਭਾਗ ਵੀ ਸ਼ਾਮਲ ਹੈਗੇ ਆ, ਤੇ ਉਹ ਮੰਤਰੀ ਹਜੇ ਹੈ ਸੰਦੀਪ ਸਿੰਘ, ਤੇ ਉਸਨੇ ਕਿਹਾ ਕਿ ਸੰਦੀਪ ਸਿੰਘ ਨੇ ਸਿਰਫ ਹਜੇ ਖੇਲ ਵਿਭਾਗ ਜਿਹੜਾ ਹੈਗਾ ਉਹ ਸਰੈਂਡਰ ਕੀਤਾ ਹੈ, ਕਿਉਂਕਿ ਖੇਲ ਵਿਭਾਗ ਤੇ ਉਹਦੇ ਖੇਲ ਵਿਭਾਗ ਦੀ ਹੀ ਲੜਕੀ ਨੇ ਆਰੋਪ ਲਗਾਏ ਆ ਜਦੋਂ, ਤੇ ਇਸ ਕਰਕੇ ਖੇਲ ਵਿਭਾਗ ਛੱਡਿਆ, ਬਾਕੀ ਜਿਹੜੇ ਪੋਰਟਫੋਲੀਓ ਹੈਗੇ ਆ ਉਹ ਤੋਂ ਉਹਨੇ ਅਸਤੀਫਾ ਨਹੀਂ ਦਿੱਤਾ। ਇਹਦੇ ਵਿੱਚ ਹਰਿਆਣਾ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਮਨੋਹਰ ਲਾਲ ਖੱਟਰ, ਉਹਨਾਂ ਨੇ ਇਸ ਪੂਰੇ ਮਾਮਲੇ 'ਚ ਹਰਿਆਣਾ ਸਰਕਾਰ ਦੀ ਜਿਹੜੀ ਜਾਂਚ ਹੈਗੀ ਉਹ ਨਿਸ਼ਪਕਸ਼ ਕਰਨ ਲਈ ਖੇਲ ਮੰਤਰੀ ਦੇ ਪਦ ਤੋਂ ਉਹਨਾਂ ਤੋਂ ਇਸਤੀਫਾ ਲੈ ਲਿਆ ਹੈਗਾ। ਉਹ ਨਹੀਂ ਚਾਹੁੰਦੇ ਕਿ ਇਸ ਜਾਂਚ ਵਿੱਚ ਕੋਈ ਇੱਦਾਂ ਦੀ ਰੁਕਾਵਟ ਆਵੇ ਜਾਂ ਕੋਈ ਪਕਸ਼ ਇਹ ਕਹੇ ਕਿ ਤੁਸੀਂ ਨਿਸ਼ਪਕਸ਼ ਜਾਂਚ ਨਹੀਂ ਕਰ ਰਹੇ। ਉਹਨਾਂ ਨੇ ਆਪਣੇ ਵੱਲੋਂ ਇੱਕ ਸੰਦੇਸ਼ ਦੇਣਾ ਚਾਹਿਆ ਹੈਗਾ ਲੋਕਾਂ ਵੱਲ ਕਿ ਅਸੀਂ ਇਹ 'ਤੇ ਐਕਸ਼ਨ ਲੈ ਰਹੇ ਹੈਗੇ, ਅਸੀਂ ਇਹ ਤੋਂ ਪੋਸਟ ਲੈ ਲਈ ਹੈਗੀ ਹੈ, ਹੁਣ ਇਹਦਾ ਕੋਈ ਰੋਲ ਨਹੀਂ, ਜੋ ਵੀ ਜਾਂਚ ਹੋਗੀ ਉਹ ਨਿਸ਼ਪਕਸ਼ ਹੋਗੀ, ਇਸ ਕਰਕੇ ਔਰ ਜਾਂਚ ਦੀ ਜੋ ਰਿਪੋਰਟ ਆ ਗਈ ਉਹ 'ਤੇ ਅਸੀਂ ਕਾਰਵਾਈ ਕਰਾਂਗੇ, ਇਹ ਹਰਿਆਣਾ ਸਰਕਾਰ ਦਾ ਕਹਿਣਾ ਹੈਗਾ। ਯਾਨੀ ਕੁੱਲ ਮਿਲਾ ਕੇ ਗੱਲ ਤਾਂ ਉਹੀ ਹੋਈ ਨਾ ਕਿ ਜਿਹੜਾ ਇੱਕ ਡੈਜ਼ਿਗਨੇਸ਼ਨ ਹੈ, ਇੱਕ ਗੱਡੀ ਹੈ, ਇੱਕ ਜੋ ਸਿਕਿਉਰਿਟੀ ਹੈ ਔਰ ਇੱਕ ਰੁਤਬਾ ਹੈ ਜਿਹੜਾ, ਉਹ ਹਜੇ ਵੀ ਸੰਦੀਪ ਸਿੰਘ ਦੇ ਕੋਲ ਹੈਗਾ। ਸਿਰਫ ਇੱਕ ਪੋਰਟਫੋਲੀਓ ਉਹਦੇ ਕੋਲ ਖੋਇਆ ਗਿਆ, ਇੱਕ ਡਿਪਾਰਟਮੈਂਟ ਉਹਦੇ ਕੋਲੋਂ, ਯਾਨੀ ਉਹਨਾਂ ਨੇ ਆਪਣੇ ਡਿਪਾਰਟਮੈਂਟ ਤੋਂ ਅਸਤੀਫਾ ਦਿੱਤਾ ਹੈ, ਨਾ ਕਿ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਹੈ। ਹਾਂਜੀ, ਇਸ ਗੱਲ ਨਾਲ ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹੈ ਕਿ ਉਹਨਾਂ ਤੋਂ ਸਿਰਫ ਹਲੇ ਇੱਕ ਖੇਲ ਵਾਲਾ ਪਦ ਲਿਆ, ਬਾਕੀ ਸਾਰੀ ਪੋਸਟਾਂ ਹੋਰ ਜੋ ਵੀ ਉਹਨਾਂ ਦਾ ਰੁਤਬਾ ਹੈਗਾ ਸਾਰਾ ਕੁਝ ਹੈਗਾ। ਹੋਰ ਇਹੀ ਸਰ ਨਾਲ ਬੜਾ ਵਿਸ਼ਾ ਇਸ ਲਈ ਜਿਹੜੇ ਆਰੋਪੀ ਮਹਿਲਾ ਹੈਗੀ ਆ ਉਹਨ ਵੀ ਇਹੀ ਲਗਾਇਆ ਕਿ ਇਸ ਬੰਦੇ ਨੂੰ ਆਪਣੇ ਪਦ ਤੋਂ ਰਿਜ਼ਾਈਨ, ਸਾਰੇ ਪਦ ਛੱਡ ਦੇਣੇ ਚਾਹੀਦੇ ਗਰਿਮਾ ਰੱਖ ਕੇ। ਜਦੋਂ ਇੱਕ ਵਾਰ ਜਾਂਚ ਹੋ ਜਾਏ, ਜੇ ਜਾਂਚ ਸਹੀ ਹੋਗੀ ਤਾਂ ਜੋ ਹੈਗਾ ਉਹ ਲੈ ਲਵੇ, ਜੇ ਨਹੀਂ ਹੈਗੀ ਤਾਂ ਉਸ ਤੋਂ ਪਹਿਲਾਂ ਤੁਸੀਂ ਉਸ ਪਦ ਤੇ ਬੈਠਣ ਲਾਇਕ ਨਹੀਂ ਹੈ, ਕਿਉਂਕਿ ਤੁਹਾਡੇ ਤੋਂ ਇੱਕ ਕੁਐਸਚਨ ਮਾਰਕ ਲੱਗ ਚੁੱਕਿਆ, ਤੁਹਾਡੇ ਖਿਲਾਫ ਕਈ ਸਬੂਤ ਉਹਨਾਂ ਨੇ ਪੇਸ਼ ਕਰ ਦਿੱਤੇ, ਇਸ ਕਰਕੇ ਤੁਸੀਂ ਇਸ ਕੇਸ ਤੋਂ ਬਚ ਤਾਂ ਸਕਦੇ ਨਹੀਂ, ਤਾਂ ਇਹ ਪੋਸਟ ਉਹਨਾਂ ਤੋਂ ਪਹਿਲਾਂ ਹੀ ਲੈ ਲੈਣੀ ਚਾਹੀਦੀ ਹੈ। ਤਾਂ ਖੇਲ ਮੰਤਰੀ ਵਿਭਾਗ ਛੱਡਣ ਨੂੰ ਤਾਂ ਕਿਹਾ ਜਾ ਰਿਹਾ, ਬਟ ਹਾਲੇ ਉਹ ਇਸ ਜਿੰਨਾ ਜ਼ੋਰ ਉਹਨਾਂ ਤੇ ਪੈਣਾ ਚਾਹੀਦਾ ਪ੍ਰੈਸ਼ਰ ਸ਼ਾਇਦ ਹਾਲੇ ਨਹੀਂ ਪਿਆ, ਇਸ ਕਰਕੇ ਉਹਨਾਂ ਨੇ ਬਾਕੀ ਪਦ ਨਹੀਂ ਛੱਡੇ, ਬਟ ਹੌਲੀ ਹੌਲੀ ਉਹ ਵੀ ਛੱਡਣਗੇ, ਕਿਉਂਕਿ ਇਹ ਪ੍ਰੈਸ਼ਰ ਦਿਨ ਬਰ ਦਿਨ ਵਧਣਾ ਹੈਗਾ, ਘਟਣਾ ਨਹੀਂ ਹੈਗਾ ਉਹਨਾਂ ਦੇ ਉੱਤੇ। ਇੱਕ ਹੋਰ ਦੇਖੋ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਇਹ ਗੱਲ ਕਿ ਜਿਹੜਾ ਸਪੋਰਟਸ ਹੈਗਾ ਉਹਦੇ ਵਿੱਚ ਹਰਿਆਣੇ ਨੂੰ ਤਕਰੀਬਨ ਨਾਰਦਰਨ ਇੰਡੀਆ ਦੇ ਵਿੱਚ, ਦਿੱਲੀ ਨੂੰ ਛੱਡ ਕੇ ਨਾਰਦਰਨ ਇੰਡੀਆ ਦੇ ਵਿੱਚ ਟੌਪ ਤੇ ਮੰਨਿਆ ਜਾਂਦਾ। ਹਰਿਆਣਾ ਦੇ ਖਿਡਾਰੀ, ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਜ਼ਿਆਦਾ ਤੁਹਾਨੂੰ ਹਰਿਆਣਾ ਤੋਂ ਮਿਲਣਗੇ, ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਨੇ ਮੈਡਲ ਜਿੱਤੇ ਨੇ ਉਹ ਵੀ ਤੁਹਾਨੂੰ ਜ਼ਿਆਦਾ ਹਰਿਆਣਾ ਤੋਂ ਮਿਲਣਗੇ। ਔਰ ਇਸ ਦੇ ਬਾਵਜੂਦ ਉਸ ਤੇ ਜਿਸ ਸਟੇਟ ਦੇ ਖੇਲ ਵਿਭਾਗ ਤੇ ਲੋਕਾਂ ਨੂੰ ਇੰਨਾ ਯਕੀਨ ਹੈ ਕਿ ਉੱਥੇ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ, ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ, ਤੇ ਉਸ ਡਿਪਾਰਟਮੈਂਟ ਦੇ ਉੱਪਰ ਆਰੋਪ ਲੱਗਣੇ ਔਰ ਮੰਤਰੀ ਤੇ ਆਰੋਪ ਲੱਗਣੇ, ਇਹ ਬੜਾ ਸੰਜੀਦਾ ਜਿਹਾ ਮਸਲਾ ਹੈ। ਕਿਉਂ ਨਹੀਂ ਸਰਕਾਰ ਇਸ ਦਾਗ ਨੂੰ ਜਲਦੀ ਤੋਂ ਜਲਦੀ ਧੋਣ ਦੀ ਕੋਸ਼ਿਸ਼ ਕਰਦੀ? ਦੇਖੋ ਜੀ, ਜਿਹੜਾ ਇਹ ਸੰਦੀਪ ਸਿੰਘ ਤੇ ਜਿਹੜਾ ਦਾਗ ਲੱਗਿਆ ਹੈਗਾ, ਇਹ ਦਾਗ ਤਾਂ ਛੇਤੀ ਉਤਰੂਗਾ ਨਹੀਂ, ਔਰ ਇਹ ਦਾਗ ਵੀ ਇਦਾਂ ਦਾ ਹੈਗਾ ਕਿ ਜੋ ਪੇਰੈਂਟਸ ਹੈਗੇ ਜਿਹਨਾਂ ਦੀ ਆਪਣੀ ਬੱਚੀਆਂ ਹੈਗੀਆਂ ਜੋ ਇੱਕ ਸਪੋਰਟਸ ਵਿੱਚ ਭੇਜਦੇ ਹੈਗੇ, ਉਹ ਵੀ ਹੁਣ ਇੱਕ ਵਾਰ ਸੋਚਣਗੇ ਕਿ ਸਾਨੂੰ ਇਹ ਇੱਥੇ ਡਿਪਾਰਟਮੈਂਟ 'ਚ ਇਹਨਾਂ ਦੇ ਕੋਲ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ, ਕਿ ਸਾਡੀ ਕੁੜੀਆਂ ਇੱਥੇ ਸੁਰੱਖਿਅਤ ਹੈਗੀ ਜਾਂ ਨਹੀਂ ਹੈਗੀ। ਜੇ ਇੱਕ ਮਹਿਲਾ ਕੋਚ ਜਿਹੜੀ ਹੈਗੀ ਆ ਉਹਦੇ ਨਾਲ ਇਦਾਂ ਹੋ ਸਕਦਾ ਹੈ, ਤਾਂ ਜਿਹੜੇ ਸਾਡੇ ਖਿਲਾੜੀ ਜਿਹੜੀ ਕੁੜੀਆਂ ਹੈਗੀਆਂ ਉਹਨਾਂ ਦੀ ਕਿੰਨੀ ਰੱਖਿਆ ਇੱਥੇ ਹੋਊਗੀ ਜਾਂ ਉਹਨਾਂ ਦੀ ਸੇਫਟੀ ਕੀ ਹੈਗੀ ਆ, ਇਹ ਜਦੋਂ ਕੁਐਸਚਨ ਮਾਰਕ ਲੱਗੂਗਾ ਤਾਂ ਜੋ ਇਹਨਾਂ ਦਾ ਗ੍ਰਾਫ ਹੈਗਾ ਔਰ ਜੋ ਖਿਡਾਰੀ ਹੈਗੇ ਆ,
ਖੇਲਣ ਲੱਗੇ, ਪ੍ਰੈਕਟਿਸ ਕਰਨ ਲੱਗੇ, ਜਦੋਂ ਮੈਂਟਲੀ ਤੁਸੀਂ ਠੀਕ ਨਹੀਂ ਹੈਗੇ ਤਾਂ ਤੁਹਾਡਾ ਖੇਲ ਪਰਫਾਰਮੈਂਸ 'ਚ ਫਰਕ ਪੈਂਦਾ। ਤਾਂ ਐਂਡ ਆਫ ਦਾ ਡੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੀ ਦੇਸ਼ ਲਈ ਜਿਹੜੇ ਖੇਲਣ ਖਿਡਾਰੀ ਜਾਂਦੇ ਹੈਗੇ ਉੱਤੇ ਵੀ ਸਾਨੂੰ ਇਹ ਫਰਕ ਮਿਲੂਗਾ। ਤਾਂ ਮੈਂ ਇਹੀ ਚਾਹੁੰਦਾ ਹੈਗਾ ਕਿ ਇਹ ਜਾਂਚ ਜਿੰਨੀ ਛੇਤੀ ਹੋ ਸਕੇ ਉਹ ਨਿਸ਼ਪਕਸ਼ ਹੋ ਸਕੇ, ਔਰ ਜੋ ਸਹੀ ਹੈਗਾ ਔਰ ਜਿਹਦੀ ਗਲਤੀ ਹੈਗੀ ਉਹਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਉਸ ਬੰਦੇ ਨੂੰ ਇਸ ਡਿਪਾਰਟਮੈਂਟ 'ਚੋਂ ਬਾਹਰ ਕੱਢ ਕੇ ਇਹਨੂੰ ਦੁਬਾਰਾ ਟਰੈਕ 'ਤੇ ਲਿਆਉਣਾ ਚਾਹੀਦਾ, ਕਿਉਂਕਿ ਇਹ ਸਾਡੇ ਇੰਡੀਆ ਵਿੱਚ ਜਿੰਨੇ ਵੀ ਸਪੋਰਟਸ ਦੇ ਜਿਹੜੇ ਐਥਲੀਟਸ ਹੈਗੇ ਉਹ ਹਰਿਆਣਾ ਤੋਂ ਬਹੁਤ ਜ਼ਿਆਦਾ ਆਉਂਦੇ ਹੈਗੇ ਆ। ਤੇ ਇਸ ਬੜੇ ਡਿਪਾਰਟਮੈਂਟ 'ਚ ਇੱਦਾਂ ਦੀ ਗੱਲ ਹੋ ਜਾਣੀ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ ਆ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਹਰਿਆਣਾ ਸਰਕਾਰ ਹੈ, ਹਰਿਆਣਾ ਸਰਕਾਰ ਨੂੰ ਨਾ ਸਿਰਫ ਇੱਕ ਮੰਤਰੀ ਨੂੰ ਸਪੋਰਟ ਕਰਨਾ ਚਾਹੀਦਾ, ਬਲਕਿ ਉਸ ਪੂਰੇ ਵਿਭਾਗ ਨੂੰ ਬਚਾਉਣਾ ਚਾਹੀਦਾ ਜਿਸ ਵਿਭਾਗ ਤੇ ਉਂਗਲ ਉੱਠ ਰਹੀ ਹੈ, ਜਿਸ ਵਿਭਾਗ ਤੇ ਇਹ ਇਲਜ਼ਾਮ ਲੱਗ ਰਹੇ ਨੇ। ਤੇ ਜੇ ਉਹ ਸੰਦੀਪ ਸਿੰਘ ਨੂੰ ਹਟਾ ਦਿੰਦੇ ਆ, ਪਦ ਤੋਂ ਹਟਾ ਦਿੰਦੇ ਆ, ਔਰ ਜੇ ਉਹ ਦੋਸ਼ੀ ਪਾਏ ਜਾਂਦੇ ਆ ਤਾਂ ਉਹਨਾਂ ਤੇ ਸਜ਼ਾ ਉਹਨਾਂ ਨੂੰ ਮਿਲਦੀ ਹੈ। ਉਹਨਾਂ ਖੈਰ ਜਦੋਂ ਉਹਨਾਂ ਨੂੰ ਪਦ ਤੋਂ ਹਟਾਤਾ ਜਾਂਦਾ, ਫਸਟ ਤਾਂ ਇਹੀ ਹੋ ਜਾਊਗੀ ਨਾ, ਜੇ ਉਹਨਾਂ ਨੂੰ ਮੰਤਰੀ ਪਦ ਤੋਂ ਹਟਾਤਾ ਜਾਂਦਾ ਤਾਂ ਫਸਟ ਤੇ ਜਿਹੜੀ ਸਜ਼ਾ ਉਹ ਇਹੀ ਹੋ ਗਈ ਕਿ ਇੱਕ ਅੱਛੇ ਜਿਹੜੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋਏ ਬੰਦੇ ਨੂੰ ਜਦੋਂ ਹਟਾਤਾ ਜਾਵੇ। ਤੇ ਜੇ ਉਸ ਤੋਂ ਇਲਾਵਾ ਪੁਲਿਸ ਕਾਰਵਾਈ ਜਿਹੜੀ ਹੋ ਰਹੀ ਹੈ, ਪੁਲਿਸ ਕਾਰਵਾਈ ਪੂਰੀ ਇਮਾਨਦਾਰੀ ਨਾਲ ਹੋਵੇ ਤੇ ਤਾਂ ਜਿਹੜਾ ਹੈ ਉਹ ਇਸ ਡਿਪਾਰਟਮੈਂਟ ਦਾ ਨਾਮ ਜਿਹੜਾ ਹੈ ਬਚਾਇਆ ਜਾ ਸਕਦਾ ਹੈ। ਦੇਖੋ ਜੀ, ਇਸ ਟਾਈਮ ਤੇ ਜੋ ਸੰਦੀਪ ਸਿੰਘ ਖੇਲ ਮੰਤਰੀ ਹੈਗੇ ਆ, ਉਹਨਾਂ ਦੀ ਉੱਥੇ ਜਿਹੜੀ ਆਪਣੇ ਮੰਤਰੀਆਂ ਦੇ ਨਾਲ ਵੀ ਇੰਨੀ ਕੋਈ ਖਾਸ ਨਹੀਂ ਹੈਗੀ ਪਰਫਾਰਮੈਂਸ। ਜਿਹੜੇ ਖੱਟਰ ਦੇ ਕੋਲ ਜੋ ਅੰਦਰੂਨੀ ਸੂਤਰਾਂ ਦੇ ਕੋਲੋਂ ਇੱਕ ਰਿਪੋਰਟ ਆਈ ਹੈ, ਉਹਦੇ 'ਚ ਵੀ ਨਾਮ ਸੰਦੀਪ ਸਿੰਘ ਦਾ ਸਰਨਾ ਉੱਪਰ ਹੈ। ਜਿਹੜੇ ਨੌਨ ਪਰਫਾਰਮਰ ਮੰਤਰੀ ਹੈਗੇ ਆ ਉਹਦੇ 'ਚ ਉਹਨਾਂ ਦਾ ਨਾਮ ਸਰਨਾ ਉੱਪਰ ਹੈ। ਇਹ ਵੀ ਸ਼ੌਕਿੰਗ ਆ ਕਿ ਉਹ ਹਾਲੇ ਤੱਕ ਖੇਲ ਮੰਤਰੀ ਵਿੱਚ ਆਪਣੇ ਖੇਲ ਦੇ ਲੈਵਲ ਤੇ ਜਾਂ ਮੰਤਰੀ ਦੇ ਲੈਵਲ ਤੇ ਉਹਨਾਂ ਨੇ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਕਿ ਉਹਨਾਂ ਨੂੰ ਬਾਕੀ ਜਿਹੜੇ ਮੰਤਰੀ ਹੈਗੇ ਉਹਨਾਂ ਨੂੰ ਪ੍ਰੋਪਰ ਸਪੋਰਟ ਕਰਨ। ਇਸ ਕਰਕੇ ਇਹ ਵੀ ਇੱਕ ਡਰਨ ਵਾਲਾ ਬਹੁਤ ਵਿਸ਼ੇ ਹੈਗਾ ਕਿ ਉਹ ਮੰਤਰੀ ਹਾਲੇ ਤੱਕ ਆਪਣੀ ਇੱਕ ਜਗ੍ਹਾ ਨਹੀਂ ਬਣਾ ਸਕਿਆ ਐਸੇ ਕਿ ਬਾਕੀ ਮੰਤਰੀਆਂ ਨਾਲ ਰਾਜਨੀਤੀ ਵਿੱਚ ਮੈਂ ਕਿੱਦਾਂ ਕੰਮ ਕਰਨਾ। ਉਹ ਹਾਲੇ ਤੱਕ ਸਿਰਫ ਖੇਲ ਮੈਦਾਨ ਵਾਲੇ ਹੀ ਜਿੱਦਾਂ ਮਾਹੌਲ ਹੁੰਦਾ ਉੱਦਾਂ ਦੇ ਹੀ ਗੇਮ ਖੇਲਦੇ ਖੇਲਦੇ ਉਹ ਇੱਕ ਇੱਦਾਂ ਦੀ ਗੇਮ 'ਚ ਫਸ ਗਏ ਆ ਜਿੱਥੋਂ ਉਹਨਾਂ ਨੂੰ ਨਿਕਲਣਾ ਬਹੁਤ ਹੀ ਮੁਸ਼ਕਿਲ ਹੋਣਾ। ਤਾਂ ਉਹਨਾਂ ਦਾ ਆਪਣਾ ਕੈਰੀਅਰ, ਆਪਣੀ ਜੋ ਇੱਕ ਆਪਣਾ ਤਾਂ ਕੈਰੀਅਰ ਉਹਨਾਂ ਨੇ ਖਰਾਬ ਕਰਨਾ ਹੀ ਹੈ, ਤਾਂ ਹਰਿਆਣਾ ਸਰਕਾਰ ਤੇ ਵੀ ਇੱਕ ਧੱਬਾ ਜਿਹਾ ਲਗਾਉਣ ਵਾਲਾ ਹੈਗਾ। ਤੇ ਇਸ ਕਰਕੇ ਇਸ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਕੈਬਨਿਟ 'ਚ ਕੁਝ ਫੇਰਬਦਲ ਹੋ ਕੇ ਇਹ ਚੀਜ਼ਾਂ ਉਹ ਹਟਾਉਣ ਦੀ ਕੋਸ਼ਿਸ਼, ਦਾਗ ਧੱਬੇ ਹਟਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਜਿੰਨੀ ਜਲਦੀ ਹੋ ਸਕਣ। ਨਹੀਂ, ਅਕਸਰ ਦੇਖਣ ਨੂੰ ਵੈਸੇ ਇਹੀ ਆਉਂਦਾ ਹੈ ਕਿ ਜਦੋਂ ਵੀ ਕਿਸੇ ਸਰਕਾਰ ਦੇ ਕਿਸੇ ਵੀ ਮੰਤਰੀ ਤੇ ਜਾਂ ਕਿਸੇ ਤੇ ਆਰੋਪ ਲੱਗਦਾ, ਖਾਸ ਕਰ ਮੰਤਰੀ ਤੇ ਸਿਆਸੀ ਬੰਦੇ ਤੇ ਜਦੋਂ ਆਰੋਪ ਲੱਗਦਾ ਤੇ ਉਹ ਜਿਹੜੀ ਪਾਰਟੀ ਹੈ, ਜਿਹੜੀ ਹਾਕਮ ਪਾਰਟੀ ਹੈਗੀ ਹੈ, ਉਹ ਇਹ ਕਹਿੰਦੀ ਹੈ ਕਿ ਇਹ ਵਿਰੋਧੀ ਧਿਰ ਦਾ ਕੀਤਾ ਹੋਇਆ। ਇਹ ਸਭ ਤੋਂ ਵੱਡਾ ਜਿਹੜਾ ਪਰਦਾ ਆ, ਇੱਕ ਸਭ ਤੋਂ ਵੱਡਾ ਬਚਾਅ ਦਾ ਸਾਧਨ ਹੈ ਕਿ ਉਹ ਸੱਤਾ ਪੱਖ ਜਿਹੜੀ ਹੈਗੀ ਆ ਉਹ ਹਮੇਸ਼ਾ ਇਹ ਕਹਿੰਦੀ ਹੈ ਕਿ ਇਹ ਵਿਰੋਧੀ ਧਿਰ ਦਾ ਕੀਤਾ ਧਰਿਆ ਵਾ। ਤੇ ਅਸੀਂ ਕਿਉਂਕਿ ਵਿਰੋਧੀ ਧਿਰ ਹਾਵੀ ਨਾ ਹੋ ਜਾਵੇ, ਇਹ ਮਨੋਹਰ ਖੱਟਰ ਨੇ ਵੀ ਕਿਹਾ ਕਿ ਵਿਰੋਧੀ ਧਿਰ ਹਾਵੀ ਨਾ ਹੋ ਜਾਵੇ, ਇਸ ਕਰਕੇ ਅਸੀਂ ਇਹ ਜਿਹੜੀ ਜਾਂਚ ਤਾਂ ਕਰਵਾਵਾਂਗੇ ਲੇਕਿਨ ਆਪਣੇ ਢੰਗ ਨਾਲ ਕਰਵਾਵਾਂਗੇ ਤਾਂ ਕਿ ਵਿਰੋਧੀ ਧਿਰ ਨੂੰ ਇਹ ਨਾ ਲੱਗੇ ਕਿ ਅਸੀਂ ਡਰ ਗਏ ਹਾਂ। ਇਹ ਤੁਹਾਡੀ ਗੱਲ ਨਾਲ ਮੈਂ ਪੂਰਾ ਸਹਿਮਤ ਹਾਂ। ਹੋ ਸਕਦਾ ਹੈ ਕਈ ਵਾਰ ਰਾਜਨੀਤੀ ਵਿੱਚ ਇਦਾਂ ਦੀ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਔਰ ਕਈ ਵਾਰ ਉਹ ਗੱਲ ਸੱਚ ਵੀ ਹੁੰਦੀ ਹੈ, ਕਈ ਵਾਰ ਝੂਠ ਹੁੰਦੀ ਹੈ। ਸਾਰਾ ਜਾਂਚ ਦਾ ਵਿਸ਼ਾ ਹੈਗਾ। ਤੇ ਇਸ ਕਰਕੇ ਮਨੋਹਰ ਲਾਲ ਦੀ ਸਰਕਾਰ ਵੀ ਇਦਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਕਿਸੇ ਨੇ ਕੋਈ ਇਲਜ਼ਾਮ ਲਗਾਇਆ ਹੋ ਤਾਂ ਅਸੀਂ ਆਪਣਾ ਕੋਈ ਚੰਗਾ ਖੇਲ ਮੰਤਰੀ ਉਹਨਾਂ ਦੇ ਚੱਕਰ 'ਚ ਸ਼ਹੀਦ ਕਰਾ ਲਈਏ। ਇਸ ਕਰਕੇ ਉਹ ਇੱਕ ਉੱਤੇ ਵੀ ਲੈਣਾ ਚਾਹੁੰਦੇ ਕਿ ਸਾਨੂੰ ਪੂਰੀ ਜਾਂਚ ਸਹੀ ਤਰੀਕੇ ਨਾਲ ਹੋਵੇ। ਜੇ ਸਾਨੂੰ ਲੱਗੂਗਾ ਕਿ ਬੰਦਾ ਸਹੀ ਨਹੀਂ ਹੈ ਤਾਂ ਫਿਰ ਅਸੀਂ ਉੱਤੇ ਐਕਸ਼ਨ ਵੀ ਲਵਾਂਗੇ। ਤਾਂ ਉਹਦੇ ਲਈ ਬਟ ਸਾਨੂੰ ਪੁਲਿਸ ਦਾ ਜੋ ਹਾਲੇ ਕਾਰਵਾਈ ਚੱਲਦੀ ਪਈ ਆ ਉਹਦੇ ਜੋ ਆਉਣ ਵਾਲੇ ਹੈਗੇ ਸਮਾਂ ਉਹਦਾ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਊਗਾ। ਹੋ ਸਕਦਾ ਅਸੀਂ ਇਸ ਪ੍ਰੋਗਰਾਮ ਦਾ ਦੂਸਰਾ ਹਿੱਸਾ ਵੀ ਸ਼ਾਇਦ ਜਲਦ ਲੈ ਕੇ ਆਈਏ ਜਦੋਂ ਸਾਨੂੰ ਹੋਰ ਰਿਪੋਰਟ ਅਪਡੇਟ ਆਉਣੇ ਸ਼ੁਰੂ ਹੋ ਜਾਣਗੇ। ਤਾਂ ਫਿਲਹਾਲ ਤਾਂ ਅਸੀਂ ਸਿਰਫ ਪੁਲਿਸ ਕਾਰਵਾਈ ਤੇ ਹੀ ਇੰਤਜ਼ਾਰ ਕਰ ਰਹੇ ਹਾਂ ਕਿ ਉਹਨਾਂ ਦੀ ਰਿਪੋਰਟ ਅੱਗੇ ਕਿੱਦਾਂ ਵਧ ਰਹੀ, ਕਿੱਦਾਂ ਐਵੀਡੈਂਸ ਜੋੜ ਰਹੇ ਹੈਗੇ। ਤਾਂ ਜਿਹੜੀ ਪੀੜਿਤ ਪਕਸ਼ ਹੈਗੀ ਉਹ ਵੀ ਕਈ ਸਬੂਤ ਹੈਗੇ ਆ ਉਹ ਜਮ੍ਹਾਂ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਤਾਂ ਉਹ ਕੁਝ ਟਾਈਮ ਤਾਂ ਲੱਗਦਾ ਹੈਗਾ ਤੇ ਇਸ ਕਰਕੇ ਥੋੜਾ ਪ੍ਰੋਸੀਜਰ ਥੋੜਾ ਲੰਬਾ ਹੀ ਹੁੰਦਾ ਹੈਗਾ। ਇਸ ਕਰਕੇ ਬਟ ਇਸ ਟਾਈਮ ਤੇ ਤਾਂ ਜੋ ਸੰਦੀਪ ਸਿੰਘ ਮੰਤਰੀ, ਖੇਲ ਮੰਤਰੀ ਹੈਗੇ ਉਹ ਬੁਰੀ ਤਰ੍ਹਾਂ ਫਸੇ ਹੋਏ ਆ। ਉਹਨਾਂ ਦਾ ਇੱਥੋਂ ਦੀ ਬਚਣਾ, ਜੋ ਇਸ਼ਾਰੇ ਸਬੂਤ ਸਾਰੇ ਕਰ ਰਹੇ ਹੈਗੇ ਉਹ ਉਹਨਾਂ ਦੇ ਖਿਲਾਫ ਜਾ ਰਹੇ। ਤਾਂ ਇਸ ਕੇਸ ਤੋਂ ਸ਼ਾਇਦ ਨਿਕਲਣਾ ਉਹਨਾਂ ਵਾਸਤੇ ਇੰਨਾ ਸੌਖਾ ਨਹੀਂ ਹੋਊਗਾ। ਠੀਕ ਹੈ ਅਟਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਬਾਰੇ ਬਹੁਤ ਜਾਣਕਾਰੀ ਦਿੱਤੀ। ਸੰਦੀਪ ਸਿੰਘ ਜਿਹੜੇ ਹਰਿਆਣਾ ਦੇ ਵਿੱਚ ਸਪੋਰਟਸ ਮਿਨਿਸਟਰ ਸਨ, ਹਾਲਾਂਕਿ ਮਿਨਿਸਟਰ ਹਜੇ ਵੀ ਨੇ, ਉਹਨਾਂ ਨੇ ਸਪੋਰਟਸ ਡਿਪਾਰਟਮੈਂਟ ਹੀ ਛੱਡਿਆ। ਇਸ ਮੁੱਦੇ ਦੇ ਵਿੱਚ, ਇਸ ਮਾਮਲੇ ਦੇ ਉੱਪਰ ਉਹ ਘਿਰੇ ਹੋਏ ਨੇ ਔਰ ਜੂਨੀਅਰ ਮਹਿਲਾ ਕੋਚ ਜਿਹੜੀ ਹੈਗੀ ਹੈ ਉਹ ਪੂਰੀ ਤਰ੍ਹਾਂ ਡਟੀ ਹੋਈ ਹੈ। ਉਹ ਕਹਿੰਦੀ ਕਿ ਮੈਨੂੰ ਜਿੱਥੇ ਤੱਕ ਮਰਜ਼ੀ ਜਾਣਾ ਪਵੇ, ਜਿੱਥੇ ਤੱਕ ਮਰਜ਼ੀ ਲੜਾਈ ਲੜਨੀ ਪਵੇ, ਮੈਂ
ਇਸ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਊਂਗੀ। ਹਾਲਾਂਕਿ ਜਦੋਂ ਅਜਿਹਾ ਕੋਈ ਵੀ ਮਾਮਲਾ ਹੁੰਦਾ ਹੈ, ਇਹਦੇ ਵਿੱਚ ਜਿਹੜੀ ਸੱਤਾ ਧਿਰ ਹੈਗੀ ਹੈ, ਜੇਕਰ ਉਹਦਾ ਕੋਈ ਪੱਖ ਹੋਵੇ ਤੇ ਉਹ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਸੰਦੀਪ ਸਿੰਘ ਇਸ ਮਾਮਲੇ ਦੇ ਵਿੱਚ ਬਚ ਪਾਉਂਦੇ ਆ ਕਿ ਨਹੀਂ ਬਚ ਪਾਉਂਦੇ, ਇਹ ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈਗੀ ਹੈ ਉਹਦੇ ਤੇ ਜੇ ਪ੍ਰੈਸ਼ਰ ਨਹੀਂ ਪੈਂਦਾ ਸਰਕਾਰ ਦਾ, ਔਰ ਚੰਡੀਗੜ੍ਹ ਪੁਲਿਸ ਇੰਡੀਪੈਂਡੈਂਟ ਕੰਮ ਕਰਦੀ ਹੈ, ਤੇ ਇਹ ਮਾਮਲਾ ਜਿਹੜਾ ਹੈ ਉਹ ਜਲਦੀ ਸੁਲਝਾਇਆ ਜਾ ਸਕਦਾ ਹੈ। ਕਿਉਂਕਿ ਸੰਦੀਪ ਸਿੰਘ ਦੇ ਘਰ ਦੇ ਜਾ ਕੇ ਬਕਾਇਦਾ ਉਸ ਸੰਦੀਪ ਸਿੰਘ ਦੇ ਨਾਲ ਪੁੱਛਗਿੱਛ ਹੋਈ ਹੈ, ਮਹਿਲਾ ਕੋਚ ਨੂੰ ਉੱਥੇ ਬੁਲਾਇਆ ਗਿਆ, ਸੀਨ ਰੀਕ੍ਰੀਏਟ ਕੀਤਾ ਗਿਆ ਔਰ ਸੀਸੀਟੀਵੀ ਦੀ ਫੁਟੇਜ ਖੰਗਾਲੀ ਗਈ ਹੈ। ਸੀਸੀਟੀਵੀ 'ਚ ਇਹ ਦੇਖਿਆ ਗਿਆ ਕਿ ਉਸ ਦਿਨ ਲੜਕੀ ਉਹ ਆਈ ਸੀ ਕਿ ਨਹੀਂ ਆਈ ਸੀਗੀ, ਕਿੱਥੇ ਬੈਠੀ ਸੀਗੀ, ਕਿੱਥੇ ਗਈ, ਕਿੱਥੇ, ਪੂਰਾ ਸੀਨ ਰੀਕ੍ਰੀਏਟ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਇਸ ਜਾਂਚ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਹੀ ਮੁੱਦੇ ਦੇ ਨਾਲ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।